संग चित आवे नाम। श्री नानक पावै पंकज बंदन पाद पंकज बंदन। सिमरो अंगद दुख निकंदन। अमरदास गुर हृदय त्यागो जी हृदय त्यागो। गुरु रामदास गुण गुरु अर्जन देव नानके नासिक विघ्न के नाशक। श्री हरि गोविंद शुभ सुमत पर आशक। श्री हरि राय नमो कारज नमो कारज जोरी। हरे कृष्ण बनाए बहोरी। तेग बहादुर परम कृपाला जी परम कृपाला। श्री गुरु गोविंद सिंह विशाला। श्री गुरु गोविंद सिंह विशाला। पुन पुन शीसा जी पुन पुन शीसा। भगवान हार जग ईसा। जिसमें अमृत ज्ञान है मानक भगत बराग। श्री गुरु ग्रंथ साहिब योजन बंदा कर अनुराग। एक ओंकारा सतगुरु ते प्रसाद सच होए। वाहिगुरु जी की विघ्न विनाशन सोए। वाहिगुरु जी की फतेह है विघ्न विनाशन सोए। सतनाम वाहिगुरु साहिब जी। गुरु गरीब निवास धन धन साहिब श्री गुरु नानक देव जी महाराज। तुम बोलियो सुन कर कृककारा साबत एक न कौन किदारा। अठवो मानव हेरा तासु मैं नह कहूँ पूर तुम पासु। वाहिगुरु जी का खालसा वाहिगुरु जी की फतेह। जुगो जुग अटल कवर शब्द तक के बालक लीना बंधु भगत वैसल करना निधान सतगुरु। ਧੰਨ श्री गुरु ग्रंथ ਸਾਹਿਬ महाराज जी की गोदी अंदर अंधिया ते जवान की रमता हुई है। आप गुरु प्यार प्रेम वालियां रूहां ने नतमस्तक होना किया है। सुगुरु गरीब निवाज जी की पावन गोदी कर्मा वाले
ਭਾਗਾਂ ਵਾਲੇ ਹੀ ਪ੍ਰਾਪਤ ਕਰ ਸਕਦੇ ਭਾਈ। ਕਿਉਂਕਿ ਮਹਾਰਾਜ ਜੀ ਦੇ ਪਿਆਰੇ ਗੁਰਬਾਣੀ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖਾਂ ਨੇ ਕਿੰਨੇ ਕਥਨ ਦਿੱਤੇ, ਜਿਨ੍ਹਾਂ ਦੇ ਵਿੱਚ ਉਹ ਕਹਿੰਦੇ ਵਡਭਾਗੀ ਪ੍ਰਭ ਸੰਗਤ ਸਾਥ ਪਾਵੈ, ਭਾਗਹੀਨ ਭ੍ਰਮ ਚੋਖਾ ਖਾਵੈ। ਜਿਹਦੇ ਭਾਗ ਜਾਗ ਪਏ ਉਹਨੂੰ ਸੰਗਤ ਮਿਲਦੀ, ਜਿਹਦੇ ਮਾੜੇ ਭਾਗ ਉਹ ਤਾਂ ਝੂਠਾਂ ਦਾ ਭਾਗ ਵੀ ਧੱਕੇ ਖਾਂਦਾ, ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ। ਪਹਿਲਾਂ ਬੱਚੇ ਪਾਲਣ ਵਾਸਤੇ ਧੱਕੇ ਖਾਂਦਾ ਏ, ਜਦੋਂ ਬੱਚੇ ਪਲ ਜਾਂਦੇ ਫਿਰ ਬੱਚਿਆਂ ਤੋਂ ਧੱਕੇ ਖਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਗਹੀਨ ਭ੍ਰਮ ਚੋਖਾ ਖਾਵੈ, ਰਿਣ ਭਾਗਾਂ ਸਤ ਸੰਗ ਨਾ ਲੱਭੈ। ਭਾਗ ਮਾੜੇ ਹੋਣ ਤੇ ਬੰਦਾ ਸੰਗਤ ਵਿੱਚ ਕਿੱਥੋਂ ਆ ਸਕਦਾ। ਰਿਣ ਸੰਗਤ ਮੈਲ ਰੀਜੈ ਜੀਓ, ਮੈਲ ਹੀ ਹੈ ਸੰਗਤ ਤੋਂ ਬਿਨਾਂ, ਕਿਉਂਕਿ ਸੰਗਤ ਹੀ ਐਸੀ ਬਖਸ਼ੀ ਹੈ ਜਿੱਥੇ ਬੰਦੇ ਦਾ ਰੂਹ ਦਾ ਇਸ਼ਨਾਨ ਹੁੰਦਾ। ਕਿਉਂਕਿ ਸਰੋਵਰ ਵਿੱਚ ਤਨ ਦਾ ਇਸ਼ਨਾਨ ਹੋਣਾ, ਸੰਗਤ ਵਿੱਚ ਰੂਹ ਦਾ। ਤੇ ਮਹਾਰਾਜ ਸਰੀਰ ਨਾਲ ਕੋਈ ਮਤਲਬ ਨਹੀਂ ਰੱਖਦੇ, ਰੂਹ ਨਾ ਰੱਖਦੇ। ਮਹਾਰਾਜ ਕਹਿੰਦੇ ਜੀਓ ਨਿਰਮਲ, ਬਾਹਰੋਂ ਨਿਰਮਲ ਜੀਓ ਨਿਰਮਲ। ਜਿਹੋ ਜਿਹਾ ਅੰਦਰ ਹੈ ਉੱਦਾਂ ਦੇ ਬਾਹਰ ਨਹੀਂ। ਤੇਰੀ ਗੁਰੂ ਨਾਨਕ ਦੇ ਘਰ ਦੇ ਵਿੱਚ ਰਸਮਾਈ ਹੋਵੇ, ਗੁਰੂ ਨਾਨਕ ਦੇ ਘਰ 'ਚ ਟਿਕ ਜਾਵੇਂਗਾ। ਸੁਸਾਸ ਆਓ, ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਪ੍ਰਸੰਗ ਚੱਲ ਰਹੇ ਨੇ, ਔਰ ਜਿੱਥੇ ਇਹ ਲੜੀਵਾਰ ਕਥਾ ਚੱਲ ਰਹੀ ਉੱਥੇ ਚੌਥੀ ਮੰਜੀ ਬ੍ਰਹਮ ਗਿਆਨੀ ਸ਼ਾਹ ਅੱਲਾ ਯਾਰ ਜੀ ਮਹਾਂਪੁਰਖਾਂ ਨੂੰ ਮਿਲੀ, ਜਿਨ੍ਹਾਂ ਦਾ ਜੋੜ ਮੇਲਾ ਹੈ। ਕੁਝ ਕਾਰਨ ਨੇ ਸਿੱਖ ਕੌਮ ਦੇ ਕੋਲ, ਕਿਉਂਕਿ ਆਪਾਂ ਧਿਆਨ ਨਹੀਂ ਦੇ ਸਕੇ, ਉਹਨਾਂ ਦੇ ਸਥਾਨ ਜਿਹੜੇ ਸਾਹਮਣੇ ਸੀ ਸਾਂਭ ਨਹੀਂ ਸਕੇ। ਇਸ ਕਰਕੇ ਬੜਾ ਯਤਨ ਕੀਤਾ ਸੰਗਤਾਂ ਨੇ ਕਿ ਉੱਥੇ ਦੀਵਾਨ ਸਜਣ, ਪਰ ਹਾਲ ਦੀ ਘੜੀ ਦੀਵਾਨ ਨਹੀਂ ਸਜੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨੀ, ਦਇਆ ਕਰਨੀ ਹੈ। ਇੱਥੇ ਵੀ ਦੀਵਾਨ ਸਜਣਾ ਹੈ, ਰਾਤ ਨੂੰ ਹੀ ਭਾਈ ਲਾਲੂ ਜੀ ਵਿਖੇ ਦੀਵਾਨ ਹੈ। ਤੋ ਮਹਾਰਾਜ ਦੇ ਪਿਆਰੇ ਕਥਾਵਾਚਕ ਪਹੁੰਚਣੇ ਹਨ, ਤੋ ਗੁਰੂ ਪਾਤਸ਼ਾਹ ਕਿਰਪਾ ਕਰਨੀ, ਉਹਨਾਂ ਮਹਾਂਪੁਰਖਾਂ ਦਾ ਵੀ ਜਿੰਨੀ ਸਿਰ ਦੇ ਹੱਥ ਰੱਖਣਾ, ਆਪ ਸੰਗਤਾਂ ਦੇ ਨਾਲ ਸਾਂਝ ਪਾਉਣੀ ਹੈ। ਆਓ ਗਰੀਬ ਨਿਵਾਜ ਜੀ ਦੇ ਲੜੀਵਾਰ ਇਤਿਹਾਸ ਨੂੰ ਸਰਵਣ ਕਰਨ ਤੋਂ ਪਹਿਲਾਂ ਮਨ ਬੇਨਤੀ ਇਕਾਗਰ ਕਰੋ। 2-4 ਮਿੰਟ ਆਪਣੀਆਂ ਬਿਰਤੀਆਂ ਨੂੰ, ਉਖੜੀਆਂ ਹੋਈਆਂ ਨੂੰ ਗੁਰੂ ਚਰਨਾਂ 'ਤੇ ਜੋੜੋ, ਪ੍ਰੇਮ ਦੇ ਨਾਲ ਕਿਰਪਾ ਕਰੋ ਜੀ। ਓੰਕਾਰ ਸਤਿਨਾਮ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਓੰਕਾਰ ਸਤਿਨਾਮ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਓੰਕਾਰ ਸਤਿਨਾਮ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ।
ਮਾਣ ਕਰੂੰ ਤੁਧ ਊਪਰੇ। ਮੇਰੇ ਪ੍ਰੀਤਮ ਪਿਆਰੇ, 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 ਮੇਰੇ ਪ੍ਰੀਤਮ ਪਿਆਰੇ। हमें अपराधी साध भूलते, हमें अपराधी साध भूलते, हम अपराधी सद भूलते, हम अपराधी सद भूलते। तुम बख्शण हारे, तुम बख्शन हारे, तुम बख्शन हारे, बख्शण हारे, तुम बख्शण हारे, तुम बख्शन हारे, तुम बख्शन हारे। मान करूं तुझ ऊपरे, मान करूं तुझ ऊपरे, माण करूं तुझ ऊपरे, माण करूं तुझ ऊपरे, मान करूं तुझ ऊपरे, मान करूं तुझ ऊपरे, माण करूं तुझ ऊपरे, माण करूं तुझ ऊपरे। मेरे प्रीतम प्यारे, मेरे प्रीतम प्यारे, मेरे प्रीतम प्यारे, मेरे प्रीतम प्यारे, प्रीतम प्यारे, मेरे प्रीतम प्यारे, मेरे प्रीतम प्यारे, मेरे प्रीतम प्यारे। अपराधी सद भूलते, हमें अपराधी सद भूलते, हम अपराधी सद भूलते, हम अपराधी सद भूलते। बख्शण हारे, तुम बख्शण हारे, तुम बख्शन हारे, तुम बख्शन हारे। बख्श ले, 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 बख्श ले। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਦੀ ਪਾਵਨ ਪਵਿੱਤਰ ਚੱਲ ਰਹੀ ਕਥਾ ਆਪ ਜੀ ਨੇ ਸਿੰਘ ਸਾਹਿਬ ਜੀ ਪਾਸੋਂ ਸਰਵਣ ਕੀਤੀ ਕਿ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮੱਧਿਆਂ ਚਾਰ ਲਗਾਏ ਤੇ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ। तो महाराज जी ने की देखा कि जड़े पशु ने किसी की हरी भरी खेती है
ਉਹਨੂੰ ਖਾਣਾ ਚਾਹੁੰਦੇ ਆ, ਪਰ ਉਸ ਖੇਤੀ ਨੂੰ ਬਾੜ ਕੀਤੀ ਹੋਈ ਹੈ। ਤੇ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਪਸ਼ੂ ਬੇਜ਼ੁਬਾਨ ਉਸ ਵਾੜ ਦੇ ਵਿੱਚ ਹੀ ਆਪਣਾ ਮੁੱਖ ਪਾਉਂਦੇ ਨੇ ਤੇ ਉਹਨਾਂ ਦੇ ਉਹ ਜਿਹੜੇ ਕੰਡੇ ਨੇ ਉਹ ਵਾੜ ਚੁਭਦੀ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਹਿਰਦਾ ਹੀ ਏਦਾਂ ਦਾ ਹੈ ਕਿ ਮਹਾਰਾਜ ਕਿਸੇ ਦਾ ਦੁੱਖ ਵੇਖ ਹੀ ਨਹੀਂ ਸਕਦੇ। ਇੰਨੀ ਦਿਆਲਤਾ ਦੀ ਮੂਰਤ ਹੈ, ਕਿਉਂਕਿ ਪਹਿਲੀ ਵਾਰੀ ਬਾਪੂ ਨੇ ਪੈਸੇ ਦਿੱਤੇ ਕਿ ਕੋਈ ਕਮਾਈ ਕਰ, ਤੇ ਸਾਹਮਣੇ ਸੰਤ ਸਾਧੂ ਆ ਗਏ। ਉਹ ਚੌਂਕੜੇ ਮਾਰ ਕੇ ਬੈਠੇ, ਵਾਹਿਗੁਰੂ 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 ਸਤਿਨਾਮ ਵਾਹਿਗੁਰੂ। ਕਹਿੰਦੇ ਬਾਲਾ ਜੀ ਇਹ ਕੌਣ ਹੈ? ਕਹਿੰਦੇ ਇਹ ਰੱਬ ਦੀ ਬੰਦਗੀ ਕਰਨ ਵਾਲੇ। ਕਹਿੰਦੇ ਇਹਨਾਂ ਦਾ ਘਰ-ਬਾਰ ਕੋਈ ਨਹੀਂ ਹੈ, ਇਹ ਖਾਂਦੇ ਕਿੱਥੋਂ ਹੈ? ਭਾਈ ਸਾਹਿਬ ਜੀ ਕਹਿੰਦੇ ਸਤਿਗੁਰੂ ਕੋਈ ਦੇ ਜਾਵੇ ਤਾਂ ਛੱਡ ਲੈਂਦੇ। ਤੇ ਮੇਰੇ ਪਾਤਸ਼ਾਹ ਮਹਾਰਾਜ ਦਾ ਅੰਦਰ ਕਿੰਨਾ ਭੇਜਾ ਸੀ। ਮਹਾਰਾਜ ਕਹਿੰਦੇ ਮੇਰਾ ਆਪਾ ਹੀ ਛਕਾ ਦੀ। ਕਹਿੰਦੇ ਬਾਬਾ ਕੁੱਟ ਬਹੁਤ ਪੈਣੀ। ਪਟਵਾਰੀ ਸਾਹਿਬ ਨੇ 20 ਰੁਪਏ ਦਿੱਤੇ ਆ ਵੀ ਕੋਈ ਕੰਮਕਾਰ ਚਲਾ ਕੇ ਤਰੱਕੀ ਕਰਕੇ ਇਹਨਾਂ ਨੂੰ ਕੋਈ ਹੋਰ ਸੇਵਾ ਕਰ ਦਿਓ। ਇਹਦੇ ਨਹੀਂ, ਇਹ ਕਰਤਾਰ ਨੇ ਆਪਣੇ ਹਿੱਸੇ ਲਾਈ। ਜੇ ਆਪਾਂ ਨਾ ਰੱਬ ਦੀ ਬੰਦਗੀ ਕਰਨ ਵਾਲੇ ਨੂੰ ਸੁਣਾਂਗੇ ਤਾਂ ਹੋਰ ਕੌਣ ਸੁਣੂ? ਸਾਧ ਕੀ ਮਹਿਮਾ ਵੇਦ ਆ ਜਾਣੈ, ਦੇਤਾ ਸੁਣੈ ਦੇਤਾ ਬੁਝਾਣੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਊਚ ਤੇ ਉੱਚੀ। ਸਾਧ ਕੀ ਸੋਭਾ ਸਾਧ ਨਾ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਜਿਹਦੇ ਸਾਧੂ ਦੇ ਵਿੱਚ ਤੇ ਨਾਨਕ ਦੇ ਵਿੱਚ ਕੋਈ ਭੇਦ ਨਹੀਂ। ਰੱਬ ਸਾਧੂਆਂ ਨੂੰ ਪਿਆਰ ਕਰਦਾ ਸੀ, ਦਇਆ ਆ ਗਈ, ਸਾਰੇ ਪੈਸੇ ਖਵਾ ਖੂ ਕੇ ਘਰੋਂ ਥੱਪੜ ਖਾ ਲਏ। ਇਹਨੇ ਬਾਪੂ ਇੱਧਰ ਵੀ ਮਾਰ ਦੇ, ਕਿਸੇ ਦਾ ਦੁੱਖ ਨਹੀਂ ਮੈਂ ਜਲ ਸਕਦਾ, ਦੁੱਖ ਨਹੀਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਸ਼ੂਆਂ ਦਾ ਦੁੱਖ ਨਹੀਂ ਦੇਖਿਆ। ਉਸ ਵੇਲੇ ਦੇਖਿਆ ਵੀ ਵਾੜ ਲੱਗੀ ਹੈ, ਇਹ ਔਖੇ ਹੋ ਕੇ ਖਾਂਦੇ, ਕਿਹਦਾ ਨਹੀਂ ਜੀ ਕਰਦਾ ਖਾਣ। ਪਰ ਕਈ ਵਾਰੀ ਦਿਲ ਕਰਦਾ ਹੋਵੇ ਤੇ ਜੇਬ ਵੱਲ ਵੇਖ ਕੇ ਕਈ ਵਿਚਾਰੇ ਚੁੱਪ ਕਰ ਜਾਂਦੇ ਵੀ ਚੀਜ਼ ਮਹਿੰਗੀ ਹੈ, ਦਿਲ ਕਰਦਾ ਪਰ ਪੈਸੇ ਕੋਈ ਨਹੀਂ ਹੈ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਦੀਨ ਦੁਨੀਆ ਦੇ ਮਾਲਕ ਜੀ ਨੇ ਉਹ ਜਿਹੜੀ ਵਾੜ ਸੀ ਉਹ ਖੋਲ ਦਿੱਤੀ। ਅੱਜ ਵੀ ਗੁਰੂ ਨਾਨਕ ਸਾਹਿਬ ਜਿਹੜੀਆਂ ਸਾਡੇ ਤੇ ਬਾਬੇ ਚ ਵਾੜਾਂ ਲੱਗੀਆਂ ਨੂੰ ਮਿਲ ਨਹੀਂ ਦਿੰਦੀਆਂ। ਮਹਾਰਾਜ ਉਹ ਵੀ ਮਹਾਰਾਜ ਕਿਤੇ ਭ੍ਰਮ ਕੇ ਪਰਦੇ ਸਤਿਗੁਰੂ ਖੋਲੇ। ਸਤਿਗੁਰੂ ਮਹਾਰਾਜ ਉਹਨਾਂ ਪੜਦਿਆਂ ਨੂੰ ਤਾਂ ਖੋਲਣ ਆਏ ਹੈ। ਤੋ ਇਸ ਕਰਕੇ ਗਰੀਬ ਨਵਾਜ ਜੀ ਨੇ ਉਤਾਰ ਖੋਲੀ ਤੇ ਪਸ਼ੂਆਂ ਸਾਰਿਆਂ ਨੂੰ ਉਸ ਖੇਤੀ ਚ ਵਾੜ ਦਿੱਤਾ। ਆਪ ਕਿਸੇ ਦਰਖਤ ਦੇ ਥੱਲੇ ਸੌਣ ਸਮਾਧੀ ਲਾਗੀ ਤੇ ਬਖਸ਼ਿਸ਼ ਦੇ ਵਿੱਚ ਜੁੜ ਗਏ। ਹੁਣ ਮਹਾਰਾਜ ਜੀ ਆਪਣਾ ਰਸ ਲੈ ਰਹੇ ਸੀ ਤੇ ਪਸ਼ੂ ਆਪਣਾ ਰਸ ਲੈ ਲਏ। ਰਸ ਆਪੋ ਆਪਣਾ ਹੁੰਦਾ, ਕਿਸੇ ਨੂੰ ਕਥਾ ਸੁਣ ਕੇ ਆਉਂਦਾ, ਕਿਸੇ ਨੂੰ ਗੀਤ ਸੁਣ ਕੇ ਆਉਂਦਾ, ਕਿਸੇ ਨੂੰ ਫਿਲਮਾਂ ਦੇਖ ਕੇ ਆਉਂਦਾ, ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਆਉਂਦਾ। ਰਸ ਆਪੋ ਆਪਣਾ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਰਸ ਲਿਆ ਤੇ ਪਸ਼ੂਆਂ ਨੇ ਆਪਣਾ ਰਸ ਲਿਆ। ਮਹਾਰਾਜ ਜੀ ਬੰਦਗੀ ਨਾਲ ਰੱਜ ਗਏ, ਪਸ਼ੂ ਖੇਤੀ ਨਾਲ ਰੱਜ ਗਏ। ਹੁਣ ਦੋਨੋਂ ਜਾਣੇ ਜਦੋਂ ਘਰ ਨੂੰ ਤੁਰੇ, ਹੁਣ ਗੁਰੂ ਨਾਨਕ ਵੀ ਰੱਜੇ ਹੈ ਤੇ ਪਸ਼ੂ ਵੀ ਰੱਜੇ ਹੈ। ਪਰ ਜਿਹਦਾ ਖੇਤ ਸੀ ਉਹਦੇ ਅੱਖਾਂ ਦੇ ਵਿੱਚ ਹੰਝੂ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸ਼ਬਦ ਆਪ ਬੋਲੇ। तो महाराज सच्चे पातशाह को मस्तक कोई उम्मीद की को वादा घाटा नहीं। मारे कहते बंदा किसी ने आखी है पढ़ खरे हो बुझी, मूर्ख है नाल ना बुझी। उन्हें बहुत गालां कढ़ियां भावे, बहुत उच्चा बंदा बोलिया, पर महाराज हसी गए निका निका ते तुरे गए। ये फिर सारी शिकायत राजे बुलार हाकम सी उत्थों दा राजा ਉਹਦੇ ਕੋਲ गई तो फिर शुरू हो गई केस की पड़ताल। तो बाबे नानक ਨੂੰ ਸਿਪਾਹੀਆਂ ਨੇ ਤੇ ਪਸ਼ੂਆਂ ਨੂੰ ਮੰਨ ਕੇ ਇੱਥੇ ਪੇਸ਼ ਕਰਤਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਹੈ, ਇੱਕ ਪਾਸੇ ਖੁੱਲਦੇ ਦੂਜੇ ਪਾਸੇ ਪਸ਼ੂ ਹੈ, ਇੱਕ ਪਾਸੇ ਰਾਏ ਬੁਲਾਰ, ਇੱਕ ਪਾਸੇ ਜਿਹਦੀ ਖੇਤੀ ਸੀ ਉਹ ਹੈ। ਸਾਰੇ ਜਾਣੇ ਆਮੋ ਸਾਹਮਣੇ ਹੋ ਗਏ। ਹੁਣ ਤੁਹਾਡੇ ਗੁਰੂ ਨਾਨਕ ਦੀ ਮਹਿਮਾ ਉਜਾਗਰ ਹੋਣ ਲੱਗੀ। ਸੰਗਤ ਜੀ ਆਓ ਤੱਕੀਏ, ਮੇਰਾ ਬਾਬਾ ਨਾਨਕ ਜੀ ਦੇ ਨਾਲ ਖਲੋ ਜੇ, ਉਹਦੀਆਂ ਪੱਤੀਆਂ ਛੁੱਟ ਜਾਂਦੀਆਂ। ਧੰਨ ਮੇਰੇ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਹਨ। ਬੋਲ ਬੋਲਿਓ ਸੁਨ ਕਰ ਕ੍ਰਿਕ ਕਰ, ਸਾਧੁ ਏਕ ਨ ਕੌਣ
खड़ोते है, जिथे राय बुलार जी ने मਹਿਤਾ कल्याण दास जी को भी सद लिया, कहते आ जाओ पटवारी साहब तुसीं तुहाडे बच्चे ने बड़ा वड्डा गुनाह करता है। तो सारे जाने आ गए तो मेरे नानक जी मूर्त अकाल की परचा प्यार का लैके खड़ोते हुए ने। ते उस वेले उन्होंने बोलियो सुन कर किरखारा, ਇਹਦੇ ਜਿਹੜਾ ਖੇਤੀ वाला सी राय बुलार कहते हाँ भी भाई बोलना कर। कटो मानव हीरे तसु, मैंने कहूँ कूर तुम पासु। और उस वेले कहते हैं साबत एक न कौन किदारा, कहते हैं कि राय बुलार कहते बोल भी दस, आमो सामने गल करिए। वैसे भी साध संगत जी जो कोई भी किसी की चुगली निंदा करे ना तो सामने होकर गल करिया, एवें अपना तन ना साड़ी कथा सिखाउंदी कोई वालों तुहानूं कोई कुछ कह दिंदा, अगले नूं बांह तो फड़ो जिन्हें क्या उहदे कोल ही लै जाओ। दुध का दुध पानी आपे देखो। कई बार बंदे किसी ने क्या हुंदा नहीं पुछदे, मेरे वर्गा कोलों कहंदा वो बंदा अपना तन साड़ी जाता। जो बाद किते 2-3 महीने मिलते तो कहंदा की गल बोलिया नहीं, कहंदा तेरे नाल तूं बोलण वाली कीती। फिर गल का पोल निकलता कि गल तो पिछों है ही कोई नहीं, इन्नी वड्डी बना छड्डी। तो इस करके राजे जिहड़े हुंदे ने आखिर आमो सामने कर दिंदे हैं। उस वेले कहते हैं कि पंक्ति पढ़ी, कहन लगे भी बोल, वो कहता महाराज बोलां की, जिहदा पता भी नहीं रह गया उन्होंने बोलना होता ही नहीं। मेरियां तां धावां निकलदियां किदां पुत्तां वांगू फसल बीजी सी, उन्हें भी मेरे नानक नूं मंदे शब्द आखे, इन्हें पता नहीं कितों मुँह चक के तोड़ता है। तो पागल है, इनू तो भूत चड़ेलों चिबड़े, कोई काम घर का करता नहीं है ते हुण मेरा नुकसान कर दिता। कटो मानव हीरे तसु। उस वेले मेरे गुरु नानक जी तो कुछ बोले, वो तो अपनी समाधि विच बस जिहड़ा काम उन्हां दा तां करी जांदे हौली हौली। वो की सी वाहिगुरू 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 जपो वाहिगुरू 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 जेड़ा बाबे ने केस लगा है ना उस केस की होना जमानत होगी, क्योंकि महाराज बोल नहीं रहे बस सिमरन कर रहे थे। सुखमनी साहब की कहता प्रभु के सिमरन रेत सिद्ध वो पूरी होनी हो, क्योंकि महाराज अपना कार्य करी जाते, सरकार अपना कर दी है। ये महाराज सच्चे पातशाह जी तुसी बोलते नहीं, कुछ महाराज कहते जो बोलना बोलन है, बाबा बोलना क्या कहिए। तू महाराज सच्चे पातशाह कृपा दे मालिक ने दया दे सागर अपनी मौज विच उधर फिर राय बुलार नूं वो किसान कहंदा जी नहीं यकीन आउंदा ते एक बंदा भेजो जाके वेख के आ जावे। मैंने कहूँ कूर तुम पासु। हाथ जोड़ के कहंदा राय जी मैं झूठ नहीं मारदा, मैं जी तक कभी जिंदगी च झूठ नहीं मारिया, मैं सच बोलदा हां। वचन सुन संशय आया। कहंदे उस वेले राय बुलार हैरान हो गया, क्योंकि वो कदे गुरु नानक के चेहरे वाल वेंदा है ते कदे उस खेती वाले के चेहरे वाल वेंदा है। हुण दोनों दे विचों जे तां गुरु नानक साहब के चेहरे वाल वेंदा है ते वो महाराज दे नेत्र वेख के, उहदा चेहरा वेख के, उहदी बंदगी वेख के उहनूं यकीन नहीं हुंदा कि बाबा नानक किसी दा नुकसान कर सकदा। पर जदों खेती वाले वाल वेंदा है कि वो
ਜਿਹੜਾ ਕਿਸਾਨ ਰੋ ਰਿਹਾ ਇੱਕ ਉੱਥੇ ਕਹਿੰਦੇ ਜੁਗਮ ਬਚਨ ਸੁਨ ਸੰਸੈ ਆਇਆ। ਦੋਵਾਂ ਦੇ ਬਚਨ ਸੁਣ ਕੇ ਹੁਣ ਗੁਰੂ ਨਾਨਕ ਸਾਹਿਬ ਜੀ ਵੀ ਬੜੇ ਪਿਆਰੇ ਰੱਬ ਜੀ ਹੈ, ਤੇ ਜਿਹੜਾ ਰੋਂਦਿਆ ਹੁਣ ਕਈ ਵਾਰੀ ਇਦਾਂ ਦਾ ਹੁੰਦਾ ਜਿਹੜਾ ਫੈਸਲਾ ਕਰਾਉਣ ਵਾਲਾ ਉਹ ਆਪ ਫਸ ਜਾਂਦਾ ਕਿ ਜੇ ਉਹਦੀ ਸੁਣਦਾ ਹੈ ਉਹ ਸੱਚਾ ਲੱਗਦਾ, ਉਹਦੀ ਸੁਣਦਾ ਤੇ ਉਹ ਸੱਚਾ ਲੱਗਦਾ ਹੈ। ਇਹਨੇ ਰਾਏ ਬੁਲਾਰ ਤਾਂ ਕਦੇ ਬਾਬੇ ਨਾਨਕ ਦੇ ਚਿਹਰੇ ਵੱਲ ਵੇਂਦਾ ਹੈ ਤੇ ਕਦੇ ਉਸ ਕਿਸਾਨ ਦੇ ਚਿਹਰੇ ਵੱਲ। ਨਿਰਨੈ ਕਾਰਨ ਮਨ ਜਪਠਾਇਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਨੇ ਮੇਰੇ ਪਾਤਸ਼ਾਹ ਮਹਾਰਾਜ ਜੀ ਬੜੇ ਪਿਆਰ ਨਾਲ, ਇੱਕ ਤਾਂ ਹੈ ਛੋਟੇ ਜਿਹੇ ਬਾਲ ਉਮਰ ਹੈ ਤੇ ਜਦੋਂ ਬੱਚਾ ਵੈਸੇ ਵੀ ਬੜਾ ਪਿਆਰਾ ਲੱਗਦਾ ਕਿਉਂਕਿ ਦੁਸ਼ਮਣ ਦਾ ਵੀ ਹੋਵੇ ਨਾ ਤੇ ਜੀ ਕਰਦਾ ਚੁੱਕ ਲਈਆ ਕੋ ਸਭ। ਹੁਣ ਰਾਏ ਬੁਲਾਰ ਕਦੇ ਮਹਾਰਾਜ ਦੇ ਚਿਹਰੇ ਵੱਲ ਵੇਂਦਾ, ਹੱਥ 'ਚ ਸੋਟਾ ਪਕੜਿਆ, ਚਰਨਾਂ ਤੋਂ ਮਹਾਰਾਜ ਜੀ ਲੱਗੇ ਹੈ ਤੇ ਬਸ ਕੋਈ ਜ਼ੁਬਾਨ ਦੇ ਵਿੱਚ ਜਪ ਰਹੇ। ਕਦੇ ਰਾਏ ਬੁਲਾਰ ਜੀ ਉਹਦੇ ਚਿਹਰੇ ਵੱਲ ਵੇਂਦੇ ਆ, ਉਹਦਾ ਉਹ ਗੱਲ ਬਣੀ ਵੀ ਦੋਵਾਂ ਵਿੱਚੋਂ ਕਿੱਥੇ ਜਾਵਾਂ, ਉਹ ਦੁੱਖ ਮਾਰਦਾ ਇੱਕ ਘਰ ਦੂਜਾ ਯਾਰ ਵੱਲੇ ਜਾਣਾ ਤੇ ਸਿੱਧੇ ਮੂੰਹ ਬੁਲਾਉਂਦਾ ਨਹੀਂ, ਰੱਬ ਵੱਲੇ ਜਾਣਾ ਤੇ ਕਿਤੇ ਨਜ਼ਰ ਵੀ, ਦੋਵਾਂ ਵਿੱਚੋਂ ਕਿੱਥੇ ਜਾਵਾਂ ਇਹੋ ਦੁੱਖ, ਇੱਕ ਘਰ ਰੱਬ ਦਾ ਤੇ ਦੂਜਾ। ਤੋ ਇਸ ਕਰਕੇ ਰਾਏ ਬੁਲਾਰ ਕਵੀ ਜੀ ਕਹਿੰਦੇ ਹੈਰਾਨ ਹੋ ਗਿਆ, ਜੁਗਮ ਬਚਨ ਸੁਨ ਸੰਸੈ ਆਇਆ। ਉਹ ਉਸ ਵੇਲੇ ਉਹ ਸੋਚਦਾ ਕਿ ਹੁਣ ਕੀ ਕਰਾਂ, ਫਿਰ ਉਹਨੇ ਨਿਰਣਾ ਲਿਆ ਹੈ। ਕਹਿੰਦੇ ਆ ਕਿ ਹੁਣ ਏਦਾਂ ਫੈਸਲਾ ਨਹੀਂ ਹੋਣਾ, ਹੁਣ ਫਿਰ ਇਹਨੂੰ ਕਲੀਅਰ ਕਰਨਾ ਪੈਣਾ ਹੈ। ਇੱਕ ਮਾਰੀ ਪ੍ਰੇਮੀ ਨੂੰ ਆਵਾਜ਼ ਕਹਿੰਦੇ ਬੇਟਾ ਇੱਧਰ ਆ, ਕਹਿੰਦੇ ਜੀ, ਕਹਿੰਦੇ ਜਾਓ ਕਿਸਾਨ ਦੇ ਨਾਲ ਜਾ ਕੇ ਉਹਦਾ ਖੇਤ ਜਿਹੜਾ ਵੇਖ ਕੇ ਆਓ। ਇਹਦੇ ਉਧਰ ਕੇ ਨਰ ਚੌਕਾ ਤੇ ਲਿਗਨ ਨਾ ਦਿਸੈ ਮੁਰਿਓ ਤਹਾਂ ਤੇ। ਹੁਣ ਹੈਰਾਨੀ ਦੀ ਗੱਲ ਸਾਧ ਸੰਗਤ ਤੁਸੀਂ ਰੋਜ਼ ਆਉਣੇ, ਪਰ ਏਦਾਂ ਨਾ ਕਰਿਆ ਕਰੋ ਗਿਣਤੀ ਘਟਾ ਦਿੰਦੇ ਆ ਕੋ ਸਤ। ਹੁਣ ਜਿੱਦਾਂ ਆਨੰਦ ਆ ਖਾਲੀ ਜਗ੍ਹਾ ਹੋਈ ਪਈ ਤਾਂ ਹੋਰ ਤਰ੍ਹਾਂ ਹੋ ਰਿਹਾ ਕੋ ਸਤਨਾਮ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਦਇਆ ਦੇ ਦਾਤੇ ਨੇ ਗੁਰੂ ਦਾ ਇਤਿਹਾਸ ਇੱਕ ਹੈ। ਆਪਾਂ ਸਾਰਿਆਂ ਨੂੰ ਪਿਆਰ ਕਰਨਾ, ਕੋਈ ਵੀ ਕਥਾ ਕਰੇ, ਕੋਈ ਵੀ ਬਾਣੀ ਪੜ੍ਹੇ ਨਾ ਤਾਂ ਆਪਾਂ ਬਾਣੀ ਸੁਣਨੀ। ਜੇ ਦੁਬਿਧਾ ਸਾਡੇ ਅੰਦਰ ਪੈਦਾ ਹੁੰਦੀ, ਆਪਾਂ ਜਦੋਂ ਆਪਾਂ ਹਟ ਜਾਂਦੇ ਹਾਂ ਤਾਂ ਗੁਰੂ ਨਾਲ ਪਿਆਰ ਨਹੀਂ ਹੁੰਦਾ, ਉਹਦੇ ਚ ਅਸੀਂ ਦੋਸ਼ੀ ਹੋ ਜਾਂਦੇ ਹਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਨੇ, ਮਹਾਰਾਜ ਦਇਆ ਦੇ ਦਾਤੇ ਨੇ, ਕਿਉਂਕਿ ਆਪਾਂ ਈਰਖਾ ਦਵੈਸ਼ ਛੱਡਣੀ ਹੈ। ਮਹਾਰਾਜ ਕਹਿੰਦੇ ਦੁਬਿਧਾ ਛੱਡਣੀ ਹੈ, ਅਵਲ ਲੈ ਦੂਰ ਉਪਾਇਆ ਕੁਦਰਤ ਕੇ ਸਭ ਬੰਦੇ। ਤੋ ਇਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਹ ਜਿਹੜੀ ਸਿਮਰਨ ਦੀ ਖੇਡ ਹੁਣ ਵਰਤੀ ਸਾਧ ਸੰਗਤ, ਕਦੇ ਵੀ 1 ਮਿੰਟ ਜਪਿਆ ਨਾਮ ਅਜਾਈ ਨਹੀਂ ਜਾਂਦਾ। ਹੁਣ ਗੁਰੂ ਨਾਨਕ ਨੇ ਕੌਤਕ ਕਿਉਂ ਕੀਤਾ? ਇਸ ਕੌਤਕ ਦੇ ਵਿੱਚ ਸਾਰੀ ਮਹਿਮਾ ਕਿਹਦੀ ਹੋਣ ਲੱਗੀ? ਨਾਮ ਦੀ। ਕਿਉਂਕਿ ਮਹਾਰਾਜ ਨੇ ਆਪੇ ਖੇਤ ਦੀ ਬਾੜ ਖੋਲੀ, ਆਪੇ ਪਸ਼ੂ, ਆਪੇ ਖੇਤ ਜਾਣਤਾ, ਆਪੇ ਪੰਚਾਇਤ ਕਰਾਈ, ਜਿਹਨੂੰ ਗੁਰਬਾਣੀ ਕਹਿੰਦੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਇੱਕ ਵਾਰੀ ਗੱਜ ਕੇ ਪੜਿਓ, ਜੋ ਤਿਸ ਪਾਵੈ ਨਾਨਕਾ, ਜੋ ਤਿਸ ਪਾਵੈ ਨਾਨਕਾ, ਜੋ ਤਿਸ ਪਾਵੈ ਨਾਨਕਾ, ਜੋ ਤਿਸ ਪਾਵੈ ਨਾਨਕਾ। ਸਾਈ ਗੱਲ ਚੰਗੀ, ਸਾਈ ਗੱਲ ਚੰਗੀ, ਸਾਈ ਗੱਲ ਚੰਗੀ, ਸਾਈ ਗੱਲ ਚੰਗੀ। ਜੋ ਤਿਸ ਪਾਵੈ ਨਾਨਕਾ, ਜੋ ਤਿਸ ਪਾਵੈ ਨਾਨਕਾ, ਜੋ ਤਿਸ ਪਾਵੈ ਨਾਨਕਾ, ਜੋ ਤਿਸ ਪਾਵੈ ਨਾਨਕਾ। ਸਾਈ ਗੱਲ ਚੰਗੀ, ਸਾਈ ਗੱਲ ਚੰਗੀ, ਸਾਈ ਗੱਲ ਚੰਗੀ, ਸਾਈ ਗੱਲ ਚੰਗੀ। ਮਹਾਰਾਜ ਸਿਮਰਨ ਦੇ ਬਾਬਤ ਹੀ ਕਰ ਰਹੇ ਕਿ ਆਉਣ ਵਾਲੇ ਸਮੇਂ 'ਚ ਮੇਰੇ ਬੱਚੇ ਸਿਮਰਨ ਨਾ ਛੱਡ ਜਾਣ। ਇਹ ਸਿਮਰਨ ਕਰਿਆ ਕਰਨ, ਪਾਠ ਕਰਿਆ ਕਰਨ, ਕਿਉਂਕਿ ਜਿਹੜਾ ਸਿਮਰਨ ਕਰਦਾ ਉਹਨੇ ਝੋਲੀਆਂ ਵਾਹਿਗੁਰੂ ਭਰਦਾ ਹੈ। ਕੋਈ ਕਿਸੇ ਦੇ ਘਰ 15 ਮਿੰਟ ਵੱਧ ਕੰਮ ਕਰੇ ਨਾ, ਜਿਹਨੂੰ ਓਵਰ ਟਾਈਮ ਕਹਿੰਦੇ ਆਪਾਂ ਇੰਗਲਿਸ਼ 'ਚ,
ਤੇ ਉਹ ਅਗਲਾ ਕਿੰਨਾ ਖੁਸ਼ ਹੁੰਦਾ ਕਿ ਇਹਦੇ ਤੋਂ ਵੱਧ ਕੰਮ ਕੀਤਾ, ਪੈਸੇ ਵੱਧ ਲੈ ਜਾਂ ਕੋਈ ਸੂਟ ਲੈ ਜਾ। ਤੇ ਮਹਾਰਾਜ ਕਹਿੰਦੇ, ਮਹਾਂਪੁਰਖ ਕਹਿੰਦੇ ਹੁੰਦੇ ਸੀ, ਕਹਿੰਦੇ ਜਿਹੜਾ ਗੁਰੂ ਕੋਲ ਬਹਿ ਜਾਂਦਾ ਉਹਨੂੰ ਤੇ ਰੱਬ ਬਹੁਤ ਦਿੰਦਾ। ਸੰਤ ਬਾਬਾ ਹਜ਼ਾਰਾ ਸਿੰਘ ਜੀ ਹੋਏ ਨਿੱਕੇ ਘੁੰਮਣਾ ਵਾਲੇ ਮਹਾਂਪੁਰਖ, ਬੜੀ ਬੰਦਗੀ ਸੀ ਉਸ ਮਹਾਂਪੁਰਖ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਦਸਮ ਦੁਆਰਾ ਕਿੱਦਾਂ ਖੁੱਲੂਗਾ? ਤੇ ਮਹਾਂਪੁਰਖਾਂ ਨੇ ਕੋਟ ਫੜ ਲਿਆ ਤੇ ਨਾ ਹੱਥ ਤੇ ਹੱਥ ਰੱਖ ਕੇ ਹੱਥ ਫੇਰੀ ਜਾਣ, ਏਦਾਂ ਹੱਥ ਫੇਰੀ ਜਾਣ। ਤੇ ਕਹਿੰਦੇ ਮਹਾਰਾਜ ਮੈਂ ਤੁਹਾਨੂੰ ਪੁੱਛਿਆ ਵੀ ਦਸਵਾਂ ਦੁਆਰ ਕਿੱਦਾਂ ਖੁੱਲਦਾ? ਮੇਰੇ ਹੱਥ ਨੂੰ ਕਿਹੜਾ ਜ਼ਖਮ ਹੋਇਆ ਜਿਹੜਾ ਤੁਸੀਂ ਪਲੋਸਣ ਦੇ? 2-4 ਮਿੰਟ ਪਲੋਸ ਕੇ ਕਹਿੰਦੇ ਪੁੱਤ ਸਾਧੂ ਠੰਡੇ ਹੁੰਦੇ ਨਾ ਰਸ ਦੇ ਭਰੇ। ਕਹਿੰਦੇ ਜ਼ਿਮੀਂਦਾਰ ਨਾਲ ਕਦੇ ਕੰਮ ਕੀਤਾ? ਕਹਿੰਦਾ ਜੀ ਮੈਂ ਖੁਦ ਜ਼ਿਮੀਂਦਾਰ। ਕਹਿੰਦੇ ਜਦੋਂ ਜ਼ਿਮੀਂਦਾਰ ਫਸਲ ਬੀਜਦਾ ਹੈ, ਨੱਕਾ ਬੰਨ੍ਹਦਾ ਹੈ, ਕਿੱਦਾਂ ਬੰਨ੍ਹਦਾ ਹੁੰਦਾ? ਕਹਿੰਦੇ ਮਹਾਂਪੁਰਖੋ ਕਰਨਾ ਕਿ ਕਈ ਲੈ ਕੇ ਮਿੱਟੀ ਪਾ ਕੇ ਫਿਰ ਉੱਤੇ ਪੈਰਾਂ ਨਾਲ ਉਹਨੂੰ ਲਿਤਰੀਦਾ। ਕਹਿੰਦੇ ਪੈਰਾਂ ਨਾਲ ਕਿਉਂ ਲਿਤਰੀਦਾ? ਕਹਿੰਦੇ ਥੱਲਿਓਂ ਦੀ ਸੀਰ, ਕਹਿੰਦੇ ਜੇ ਸੀਰ ਪਵੇ ਫਿਰ ਕੀ ਹੁੰਦਾ? ਕਹਿੰਦੇ ਜੀ ਫਿਰ ਪਾਣੀ ਟੁੱਟ ਜਾਂਦਾ। ਤੇ ਮਹਾਂਪੁਰਖ ਕਹਿੰਦੇ ਬਸ ਤੇਰਾ ਜਵਾਬ ਮਿਲ ਗਿਆ। ਸਾਧੂ ਸਿੱਖ ਜੀ ਉਹ ਕਹਿੰਦਾ ਵੀ ਇਹ ਕਿਹੜੀ ਜੁਗਤੀ ਦਿੱਤੀ ਜੇ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਵੀ ਮਹਾਂਪੁਰਖੋ ਮੈਂ ਤੁਹਾਨੂੰ ਪੁੱਛਿਆ ਵੀ ਦਸਵਾਂ ਕਿੱਦਾਂ ਖੁੱਲਦਾ ਹੈ, ਤੁਸੀਂ ਮੇਰੀ ਗੱਲ ਮੈਨੂੰ ਹੀ ਦੱਸ ਕੇ ਭੱਟਾਂ ਤੋਂ ਰੋਜ਼ ਲਿਪਦਾ ਹੈ, ਮੂੰਹ ਵੀ ਬੰਨਦਾ ਹੈ। ਉਹ ਸਾਧੂ ਵਿਦੇਸੀ ਕਹਿੰਦੇ ਪੁੱਤ ਬਸ ਗੱਲ ਇੰਨੀ ਕਿ ਤੂੰ ਮੈਨੂੰ ਪੁੱਛਿਆ ਕੀ ਹੈ? ਤੂੰ ਪੁੱਛਿਆ ਵੀ ਦਸਵਾਂ ਦੁਆਰ ਕਿੱਦਾਂ ਖੁੱਲਦਾ? ਕਹਿੰਦੇ ਜਿੱਦਾਂ ਜ਼ਿਮੀਂਦਾਰ ਨੱਕਾ ਬੰਨ੍ਹਦਾ ਤੇ ਉਹਨੂੰ ਘੁੱਟ ਕੇ ਨੱਪ ਕੇ ਵੀ ਥੱਲੇ ਸੀਰ ਨਾ ਪਵੇ, ਆਪਣੇ 9 ਦੁਆਰਿਆਂ ਨੂੰ ਘੁੱਟ ਕੇ ਬੰਨ੍ਹਦੇ, ਦਸਵਾਂ ਅੱਗੇ ਖੁੱਲ ਜਾਣਾ। 9 ਕਿਹੜੇ ਬਣ? ਅੱਖਾਂ ਸਭ ਤੋਂ ਤੇਜ਼ ਇਹ ਹੈ, ਇਹ ਨਹੀਂ ਬਾਈਆਂ ਜਿੱਦਾਂ ਮਰਜ਼ੀ ਮਿੱਟੀ ਜੀ ਕਰਦਾ ਖੋਲ ਕੇ ਵੇਖੀਏ। ਦੂਜੇ ਕੰਨ ਜਿੰਨਾ ਮਰਜ਼ੀ ਕਹੇ ਵੀ ਅੱਜ ਮੈਂ ਕਿਸੇ ਦੀ ਗੱਲ ਨਹੀਂ ਸੁਣਨੀ, ਪਤਾ ਨਹੀਂ ਫੇਰ ਕੀ ਕਰ ਪੈਂਦਾ। ਤੀਜੇ ਆਪਣੇ ਪੈਰ ਕਹਿੰਦੇ ਗੁਰੂ ਘਰ ਜਾਣਾ, ਕਹਿੰਦਾ ਨਹੀਂ ਘੁੰਮਣ ਚੱਲੀਏ, ਕਹਿੰਦਾ ਚੱਲ। ਹੱਥ ਕਹਿੰਦੇ ਕਿਸੇ ਦਾ ਭਲਾ ਕਰੀਏ, ਜੇ ਬਾਲਟੀ ਫੜ ਕੇ ਮਾਂਜਣ ਲੱਗਾ, ਦੂਜਾ ਕਹਿੰਦਾ ਆ ਜਾ ਕੱਲ ਨੂੰ ਸੇਵਾ ਕਰਾਂਗੇ, ਉੱਥੇ ਛੱਡ ਕੇ ਭੱਜ ਗਿਆ। ਤੇ ਮਹਾਂਪੁਰਖ ਕਹਿੰਦੇ 9 ਜਿਹੜੇ ਆ ਇਹਨਾਂ ਨੂੰ ਘੁੱਟ ਕੇ ਬੰਨ੍ਹਦੇ, ਕੰਨ, ਅੱਖਾਂ, ਨੱਕ, ਜ਼ੁਬਾਨ। ਜਿੱਦਣ ਇਹ ਬਿਲਕੁਲ ਇਹਨਾਂ ਦੇ ਵਿੱਚੋਂ ਸੀਰ ਨਾ ਨਿਕਲੀ ਉਦੋਂ ਦਸਵਾਂ ਖੁੱਲ੍ਹਣਾ। ਤੇ ਮੈਂ ਜਦੋਂ ਇਸ ਸ਼ਬਦ ਨੂੰ ਮਹਾਂਪੁਰਖਾਂ ਦੇ ਪੜ੍ਹਿਆ ਤਾਂ ਬੜਾ ਝਟਕਾ ਲੱਗਾ ਕਿ ਵਾਕਈ ਸਾਡੇ ਤਸੀਰੇ ਬਹੁਤ ਪੈਂਦੀਆਂ, ਦਸਵੇਂ ਤੇ ਕਿੱਥੋਂ ਪਹੁੰਚਾਂਗੇ? ਆਪਕੋ ਸਤਨਾਮ। ਜੋ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਉੱਥੇ ਬੁਲਾਇਆ ਹੈ, ਸਾਰੇ ਜਾਣੇ ਆਏ ਹੈ। ਕਈ ਜਿਹੜੇ ਬਾਬੇ ਨਾਲ ਜੁੜਦੇ ਸੀ ਉਹਨਾਂ ਨੂੰ ਪਤਾ ਸੀ ਵੀ ਅੱਜ ਸਜ਼ਾ ਹੋਣੀ, ਕਿਉਂਕਿ ਖੇਤੀ ਜਿਹੜੀ ਸੀ ਉਹ ਤਾਂ ਸਾਰੇ ਕੱਛਾਂ ਥਣੀ ਹਾਸਾ, ਪੰਜਾਬੀ ਦਾ ਸ਼ਬਦ ਕੱਛਾਂ ਥਣੀ ਹਾਸਾ ਨਿਕਲਦਾ। ਹੁਣ ਹਾਸਾ ਮੂੰਹ ਚੋਂ ਨਿਕਲਦਾ ਹੁੰਦਾ ਵੈਸੇ, ਪਰ ਇਹ ਹੈ ਵੀ ਇਹ ਸ਼ਬਦ ਜਿਹੜੇ ਸਿੱਧੇ ਲੈਂਦੇ ਪੰਜਾਬ ਦੇ, ਵੀ ਜਦੋਂ ਆਪਾਂ ਬਾਅਦ 'ਚ ਖੁਸ਼ ਹੋਈਏ ਤੇ ਇੱਦਾਂ ਬਾਹਾਂ ਮਾਰ ਕੇ ਨਾ ਖੁਸ਼ ਹੋਈਦਾ। ਤੋ ਇਸ ਕਰਕੇ ਕਈ ਬੜੇ ਖੁਸ਼ ਫਿਰ ਮੇਰੇ ਪਾਤਸ਼ਾਹ ਮਹਿਮਾ ਨਾਮ ਦੀ ਕਿਰਪਾ ਕਰਦੇ ਹਨ। ਆਏ ਰਾਏ ਸੋ ਬਾਤ ਜਨਾਈ, ਮਹਿਰੀ ਫਿਰ ਕੈ ਚੌਕਾਈ। ਉਹ ਕਹਿੰਦੇ ਜਿਹੜਾ ਰਾਹੀ ਭੇਜਿਆ ਸੀ ਨਾ, ਉਹ ਜਦੋਂ ਗਿਆ ਨਾ ਉਹਦਾ ਚਿਹਰਾ ਮਾਯੂਸ ਸੀ, ਪਰ ਜਦੋਂ ਗੇੜਾ ਮਾਰ ਕੇ ਆਇਆ ਨਾ ਉਹਦਾ ਅੰਦਰ ਖਿੜ ਗਿਆ। ਹੁਣ ਆਪਾਂ ਗੁਰੂ ਘਰ ਆਈਦਾ ਤੇ ਮਾਯੂਸ ਹੀ ਆਈਦਾ, ਚਿੰਤਾ ਝੋਰਿਆਂ ਦੁੱਖਾਂ ਦੇ ਮਾਰੇ। ਪਰ ਜਦੋਂ ਇੱਥੋਂ ਨਿਕਲੀਦਾ ਨਾ ਇੱਕ ਵਾਰੀ ਬੜਾ ਆਨੰਦ ਆਉਂਦਾ। ਬਾਹਰਲੇ ਗੇਟ ਤੱਕ ਤੇ ਲੱਗਦਾ ਸੱਚਖੰਡ ਜੀ ਤੁਰੇ ਫਿਰਦੇ, ਸੱਚ ਜਾਣੇ ਹੁੰਦਾ ਏਦਾਂ। ਤੇ ਉਹ ਕਹਿੰਦੇ ਜਦੋਂ ਗਿਆ ਸੀ ਤੇ ਉਦੋਂ ਤੇ ਕਹਿੰਦਾ ਕਿੱਥੇ ਭੇਜਦਾ, ਨਿੱਕਾ ਜਿਹਾ ਬਾਲ, ਝਿੜਕਾਂ ਪੈਣਗੀਆਂ। ਖੇਤੀ ਤੇ ਸਭ ਨੂੰ ਪਤਾ ਉਹ ਜਿਹੜੀ ਉਹ ਜਿਹੜਾ ਰੋਣ ਜਿਹਾ ਸਰਾਣੇ ਬਹਿ ਕੇ ਸਾਹਿਬ ਸਿੰਘ ਵਰਗਾ ਉਦਾਂ ਥੋੜਾ ਆਇਆ ਕੋ ਸਤਿ। ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਲ ਜਦੋਂ ਆਇਆ ਤੇ ਦੌੜਿਆ ਆਇਆ। ਹੁਣ ਉਧਰ ਖੇਤ ਹਰਿਆ ਹੋਇਆ ਤੇ ਜਿਹੜਾ ਖੇਤ ਦੇਖ ਕੇ ਆਇਆ ਸੱਚ ਜਾਣੇ ਉਹਦਾ ਵੀ ਮਨ ਤਾਂ ਹਰਿਆ ਹੋ ਗਿਆ, ਉਹ ਵੀ ਅੰਦਰੋਂ ਨੱਚ ਉੱਠਿਆ। ਤੇ ਰਾਏ ਬੁਲਾਰ ਜੀ ਕਹਿੰਦੇ ਹਾਂ ਵੀ ਆ ਗਿਆ ਵੇਖ ਕੇ, ਉਹ ਤੋਂ ਹੁਣ ਬੋਲਿਆ ਨਹੀਂ ਜਾ ਰਿਹਾ, ਕਿਉਂਕਿ ਉਹ ਜੋ ਕੁਝ ਵੇਖ ਕੇ ਆਇਆ ਉਹਨੂੰ ਬਿਆਨ ਕਰਨਾ ਬਹੁਤ ਔਖਾ ਹੈ। ਹੁਣ ਆਪਾਂ ਹੀ ਕੋਈ ਕਹੀਏ ਆਪਣੇ ਸਾਹਮਣੇ ਬਾਲਟੀ ਰੁੜੀ ਹੋਵੇ ਤੇ ਆਪਾਂ ਕਹੀਏ ਜੀ ਇਹਨੇ ਰੋੜਤੀ ਇਹਨੇ, ਤੇ ਫੇਰ ਜਾ ਕੇ ਕੋਈ ਆਖੇ ਵੇਖੋ ਤੇ ਉਹ ਦੁੱਧ ਦੀ ਭਰੀ ਹੋਵੇ ਪਾਣੀ ਦੀ ਬਜਾਏ, ਤੇ ਕਿੱਦਾਂ ਬੋਲਾਂਗੇ? ਇਸ ਵੇਲੇ ਜਦੋਂ ਉਹਨੇ ਜਾ ਕੇ ਦੇਖਿਆ ਖੇਤ ਤਾਂ ਹਰਿਆ ਸੀ,
मेरी बापू की गुरबाणी कहती सात धरती पई हरियावली जिथे मेरा ਸਤਿਗੁਰ ਬੈਠਾ से जंत भय हरियावले। ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਇਹ ਗੱਲ ਪਤਾ ਨਹੀਂ ਸਾਨੂੰ ਵੀ ਸਰਾਫ ਕੀ ਹੈ। ਅਸੀਂ ਇੰਨੀ ਕਥਾ ਕਰਦੇ, ਇੰਨਾ ਕੀਰਤਨ ਕਰਦੇ, ਪਾਠ ਹੈ, ਪਰ ਸੱਚੀ ਸੰਗਤ ਹਰੀ ਹੋ ਕੇ ਚੱਲ ਜਾਂਦੀ, ਅਸੀਂ ਸੜੇ ਰਹਿ ਜਾਣਾ। ਅਸੀਂ ਇੱਕ ਦੂਜੇ ਪ੍ਰਤੀ ਸੜੇ ਹਾਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਸ ਬੈਠੇ ਸਾਹਮਣੇ ਮਹਾਰਾਜ ਜੀ ਸਿਮਰਨ ਕਰ ਰਹੇ, ਰਾਏ ਬੁਲਾਰ ਕਹਿੰਦੇ ਬੇਟਾ ਬੋਲਦਾ ਨਹੀਂ। ਇਹਦਾ ਬੋਲਦਾ ਹੈ, ਮੈਨੂੰ ਹੁਣ ਸਮਝ ਨਹੀਂ ਆਉਂਦੀ, ਮੈਂ ਕਹਿਣਾ ਚਾਹਣਾ ਤੇ ਕਵਾਂ ਕਿੱਦਾਂ। ਆਖੋ ਵਾਹਿਗੁਰੂ ਵਾਹਿਗੁਰੂ। ਕਈ ਵਾਰੀ ਆਪਾਂ ਕਿਸੇ ਨੂੰ ਗੱਲ ਕਹਿਣੀ ਹੋਵੇ ਨਾ, ਅੰਦਰ ਕਹਿ ਰਿਹਾ ਹੁੰਦਾ ਪਰ ਜ਼ੁਬਾਨ ਤੋਂ ਕਹਿਣੀ ਨਹੀਂ ਆਉਂਦੀ। ਤੇ ਆਪਾਂ ਕਹਿੰਦਾ ਮੈਂ ਤੈਨੂੰ ਕੁਝ ਕਹਿਣਾ ਚਾਹਣਾ ਪਰ ਮੈਨੂੰ ਕਹਿਣਾ ਨਹੀਂ ਆਉਂਦਾ। ਹੁਣ ਉਸ ਵੇਲੇ ਉਹ ਭੇਜੀ ਇਹਨਾਂ ਗਿਆ ਕਿਉਂਕਿ ਉੱਥੇ ਗੁਰੂ ਨਾਨਕ ਦੇ ਚਰਨ ਪਏ ਹੈ ਤੇ ਦੂਜੀ ਗੁਰੂ ਨਾਨਕ ਦੀ ਰਹਿਮਤ ਵਰਤਦੀ। ਹੁਣ ਦੋ ਚੀਜ਼ਾਂ ਜਿਹਨੇ ਵੇਖੀਆਂ ਹੁਣ ਉਹ ਆ ਕਰਕੇ ਫਿਰ ਰਾਏ ਬੁਲਾਰ ਨੂੰ ਦੱਸਣਾ ਕਰਦਾ ਹੈ। ਮੈਂ ਪਸ਼ੂ ਖੋਜ ਨਾ ਬੂਟਾ ਟੂਟਾ ਰਹਿਓ ਨਿਸਰ ਸਭ ਸਾਬਤ ਬੂਟਾ। ਉਹਨਾਂ ਤੋਂ ਬੋਲ ਨਹੀਂ ਹੁੰਦਾ ਤੇ ਮੇਰੇ ਗੁਰੂ ਨਾਨਕ ਸਾਹਿਬ ਵੱਲ ਵੇਖ ਕੇ ਉਹਦੇ ਨੇਤਰ ਭਰ ਆਏ। ਅਕਾਲ ਖੁਦਾ ਦੀ ਮੂਰਤ ਵੱਲ ਮਹਾਰਾਜ ਦੇ ਹੱਥ 'ਚ ਡੰਡਾ ਤੇ ਜਿੱਦਾਂ ਇੱਕ ਮੁਜਰਮ ਖਿਲਾਰਿਆ ਹੁੰਦਾ, ਮਹਾਰਾਜ ਨੂੰ ਉਦਾਂ ਖਿਲਾਰਿਆ ਸੀ ਨਾ, ਫੈਸਲਾ ਹੋਣਾ ਸੀ। ਉਹਦੇ ਨੇਤਰ ਭਰੇ, ਫੁੱਲ ਕੰਬੇ, ਸਰੀਰ ਕੰਬਿਆ। ਮੇਰੇ ਗੁਰੂ ਨਾਨਕ ਕਹਿੰਦੇ ਬੋਲ ਬੋਲ, ਤੂੰ ਕਿਉਂ ਚਿੰਤਾ ਕਰਦਾ, ਬੋਲ। ਉਸ ਵੇਲੇ ਫਿਰ ਉਹਨੇ ਬੋਲਣਾ ਕੀਤਾ, ਕਹਿੰਦਾ ਰਾਏ ਜੀ ਕੀ ਹੋਇਆ, ਨਹਿਰ ਪਸ ਖੋਜ ਨਾ ਬੂਟਾ ਟੂਟਾ। ਇਹਦੇ ਬਾਬਾ ਰਾਏ ਬਾਬੂ ਫਸਲ ਤੇ ਕੀ ਉੱਥੇ ਤੇ ਇੱਕ ਫੁੱਲ ਵੀ ਨਹੀਂ ਟੁੱਟਾ। ਸਤਿ ਸ੍ਰੀ ਅਕਾਲ। ਜੈ ਜੈਕਾਰ ਉਹਨਾਂ ਦੀ ਹੋਈ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਜੈ ਜੈਕਾਰ ਉਹਨਾਂ ਦੀ ਹੋਈ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਜੈ ਜੈਕਾਰ ਉਹਨਾਂ ਦੀ ਹੋਈ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਜੈ ਜੈਕਾਰ ਉਹਨਾਂ ਦੀ ਹੋਈ ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਮੇਰੇ ਗੁਰੂ ਨਾਨਕ ਸਾਹਿਬ ਦੇ ਨੇਤਰ ਬੰਦ ਨੇ ਤੇ ਰਾਏ ਬੁਲਾਰ ਜੀ ਦੇ ਨੇਤਰਾਂ 'ਚ ਜਾਲ ਆ ਗਿਆ। ਕਿਉਂਕਿ ਮਹਾਰਾਜ ਤੋਂ ਪਹਿਲਾਂ ਹੀ ਉਹ ਵੇਖ ਰਿਹਾ ਸੀ ਕਿ ਇਹਦੇ ਚਿਹਰੇ ਵੱਲ ਵੇਖ ਕੇ ਲੱਗਦਾ ਨਹੀਂ ਕਿਸ ਦਾ ਦਿਲ ਦੁਖਾਵੇਗਾ। ਚੌਪਈ ਚਾਹ ਔਰ ਕਿਤ ਬਾਰ ਨ ਤੋਰੀ ਹਰੀ ਕਰੀ ਪੂਜਰੀ ਸਜੋਰੀ। ਔਰ ਕਹਿੰਦੇ ਰਾਏ ਜੀ ਮੈਂ ਚਾਰੇ ਪਾਸੇ ਘੁੰਮ ਕੇ ਦੇਖਿਆ, ਕੋਈ ਵਾੜ ਨਹੀਂ ਟੁੱਟੀ, ਕੋਈ ਉੱਥੇ ਖੇਤੀ ਨਹੀਂ ਜੀ ਟੁੱਟੀ, ਕੋਈ ਵੀ ਐਸਾ ਸਾਧਨ ਨਹੀਂ ਹੈ ਇਸ ਕਿਸਾਨ ਦਾ ਕਿ ਉਹ ਜਿਹੜੀ ਖੇਤੀ ਦੀ ਤੁਹਾਡੇ ਕੋਲ ਸ਼ਿਕਾਇਤ ਕੀਤੀ ਹੈ ਉਹਦਾ ਨੁਕਸਾਨ ਹੋਇਆ ਹੋਵੇ। ਰਾਹਬ ਝੂਠੋ ਦੇਤ ਦੁਹਾਈ ਉਚਿਤ ਦੰਡ ਇਹ ਹੈ ਨਰ ਰਾਈ। ਉਸ ਵੇਲੇ ਉਹ ਜਿਹੜਾ ਗਿਆ ਸੀ ਪਰਿੰਦਾ ਕਹਿਣ ਲੱਗੇ ਰਾਏ ਜੀ ਅਸਲ ਵਿੱਚ ਸਜ਼ਾ ਦਾ ਹੱਕਦਾਰ ਤੇ ਰਾਹਬ ਹੈ ਜਿਹਨੇ ਆ ਕੇ ਤੁਹਾਡੇ ਕੋਲ ਝੂਠ ਮਾਰਿਆ ਕਿ ਬਾਬੇ ਨਾਨਕ ਨੇ ਗਰੀਬ ਦਾ ਖੇਤ ਉਜਾੜ ਦਿੱਤਾ। ਤੇ ਮੈਨੂੰ ਖੁਦ ਵੀ ਤਰਸ ਆ ਰਿਹਾ ਕਿ ਇੰਨਾ ਪਿਆਰਾ ਰੱਬ ਦਾ ਰੂਪ ਬਾਲਕ ਤੇ ਤੁਸੀਂ ਸਵੇਰ ਦਾ ਇਹਨੂੰ ਇੱਥੇ ਖਿਲਾਰ ਛੱਡਿਆ। ਇਹਨੂੰ ਕਿਉਂ ਖਿਲਾਰ ਛੱਡਿਆ? ਤੇ ਰਾਏ ਜੀ ਦਾ ਅੰਦਰ ਤਾਂ ਪਹਿਲਾਂ ਭਿੱਜਿਆ ਕਿਉਂਕਿ ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਨਾ ਉਹਨਾਂ ਦੇ ਮੱਥੇ ਤੇ ਪਤਾ ਲੱਗ ਜਾਂਦਾ ਹੈ। ਤੇ ਗੁਰੂ ਨਾਨਕ ਤਾਂ ਖੁਦ ਖੁਦਾ ਸੀ ਪਰ ਉਹ ਸਾਡੇ ਕਰਕੇ ਕਚਹਿਰੀਆਂ 'ਚ ਖੜੋਤਾ, ਜੇਲ੍ਹਾਂ ਦੇ ਵਿੱਚ ਜੇਲ੍ਹਾਂ ਕੱਟੀਆਂ, ਬਾਜ਼ਾਰਾਂ ਦੇ ਵਿੱਚ ਵੇਖਿਆ ਵੀ ਕਿਤੇ ਮੇਰੇ ਆਉਣ ਵਾਲੇ ਸਿੱਖ ਇਸ ਪਾਸੇ ਤੁਰ ਪਏ। ਪਰ ਅੱਜ ਤਾਂ ਸਿੱਖ ਮਾਰੇ ਕੋ ਬੈਠਣਾ ਛੱਡ ਗਿਆ, ਮਾਰੇ ਦੇ ਕੋਲ ਦਿਲ ਨਹੀਂ ਲੱਗਦਾ। ਤੇ ਮੇਰੇ ਗੁਰੂ ਸਾਹਿਬ ਜੀ ਦੁਪਹਿਰ ਨੂੰ ਢਲ ਗਿਆ ਸਮਾਂ ਫੈਸਲੇ ਨੂੰ ਤੇ ਮਹਾਰਾਜ ਜੀ ਉੱਥੇ ਕਟਹਿਰੇ ਦੇ ਵਿੱਚ ਜਿੱਥੇ ਸਾਰੇ ਭੁਲਾਰੇ ਮੇਰੇ ਬਾਬਾ ਜੀ ਉੱਥੇ ਖੜੋਤੇ ਰਹੇ। ਭੁੱਖਿਆਂ ਦੀ ਖਾਤਰ ਪਿਤਾ ਤੋਂ ਚਪੇੜਾਂ ਖਾਧੀਆਂ, ਗਮੀਆਂ ਦੇ ਬਦਲੇ ਦੇ ਗਿਆ ਤੂੰ ਬਾਬਾ ਸਾਨੂੰ ਸਾਡੀਆਂ ਕਿਰਤੀ ਦੀ ਝੁੱਗੀ ਦੇਖ ਕੇ ਉੱਥੇ ਹੀ ਜਾ ਕੇ ਟਿਕ ਗਿਓ। ਰੋਂਦਿਆਂ ਦੀ ਖਾਤਰ ਬਾਬਾ ਤੂੰ ਬਾਜ਼ਾਰਾਂ 'ਚ ਵੇਖ ਗਿਓ। ਪਿਆਰ ਕਰਿਆ ਕਰੋ, ਸਾਧ ਸੰਗਤ ਕਰੀ ਭੇਜ ਗਿਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਕਰਦੇ ਹਨ ਸੁਨਤ
ਕਰ ਕਿਖ ਮਨੈ ਬਿਸਮਾਨਾ ਨਿਜ ਹੀਰਨ ਕੋ ਕੀਨ ਪਿਆਨਾ। ਉਸ ਵੇਲੇ ਜਿਹੜਾ ਰਾਗ ਕੀ ਕਹਿੰਦਾ ਰਾਏ ਜੀ ਠਹਿਰੋ, ਮੈਂ ਕਸਮ ਖਾਨਾ ਖੁਦਾ ਦੀ ਮੈਂ ਝੂਠ ਨਹੀਂ ਮਾਰਦਾ। ਮੈਂ ਖੇਤੀ ਜਿਹੜੀ ਵੇਖੀ ਹੈ ਮੈਂ ਦੁਬਾਰਾ ਜਾ ਕੇ ਫੇਰ ਦੇਖਦਾ ਇਦਾਂ ਕਿੱਦਾਂ ਹੋ ਸਕਦਾ ਹੈ ਕਿ ਉਹ ਖੇਤੀ ਹਰੀ ਭਰੀ ਹੋਵੇ। ਪੂਰਨ ਸਰਸ ਜਹਾਂ ਚੌਪਨਾ ਮਤੀ ਵਾਰੇ ਜਿਮ ਜੀਨ ਸਮਾਨਾ। ਔਰ ਕਹਿੰਦੇ ਉਸ ਵੇਲੇ ਕਿਸਾਨ ਨੂੰ ਨਾਲ ਪਕੜਿਆ, ਕਹਿੰਦਾ ਇੱਕ ਤੇ ਧੋਖਾ ਖਾ ਸਕਦਾ, ਦੋ ਜਣੇ ਥੋੜਾ ਖਾ ਸਕਦੇ ਆ। ਚੱਲ ਤੂੰ ਵੀ ਮੇਰੇ ਨਾਲ ਚੱਲ ਤੇ ਆਪਾਂ ਖੇਤ ਵੱਲ ਜਾ ਕਰਕੇ ਦੇਖਣਾ ਕਰੀਏ। ਸਭ ਕੀਦਾਰ ਉਜਰਾ ਅਬਨੇਰੇ ਗਇਓ ਰਾਏ ਟਿਕ ਲਗੀ ਨਾ ਦੇਰੇ। ਔਰ ਉਸ ਵੇਲੇ ਕਹਿੰਦਾ ਰਾਏ ਬੁਲਾ ਕੇ ਠਹਿਰੋ, ਮੈਂ ਵੀ ਨਾਲ ਜਾਣਾ। ਆਪੋ ਸਤਨਾਮ ਸ੍ਰੀ। ਪਹਿਲੀ ਵਾਰ ਹੋਇਆ ਕਿ ਰਾਜਾ ਜਿਹੜਾ ਜਾ ਕੇ ਵੇਖੇ ਵੀ ਨੁਕਸਾਨ ਹੋਇਆ ਕਿ ਨਹੀਂ, ਤੇ ਕੁਰਸੀਆਂ ਤੇ ਬੈਠੇ ਉੱਥੇ ਪਹਿਲੇ ਚਲਾਉਣਾ ਉਹਨਾਂ ਨੂੰ ਕੀ ਲੱਗੇ ਕਿ ਸਹੀ ਜਾਂ ਗਲਤ ਹੈ। ਪਰ ਕਿੰਨਾ ਕੁ ਗੁਰੂ ਨਾਨਕ ਦੇ ਪਿਆਰ ਦਾ ਪ੍ਰੇਮੀ ਸੀ, ਕਹਿੰਦਾ ਤੁਸੀਂ ਨਹੀਂ, ਮੈਂ ਆਪਣੀਆਂ ਅੱਖਾਂ ਨਾਲ ਵੇਖ ਕੇ ਫਿਰ ਸਜ਼ਾ ਸੁਣਾਉਂਗਾ। ਤੋ ਕਵੀ ਜੀ ਕਹਿੰਦੇ ਦੇਰੀ ਨਹੀਂ ਕੀਤੀ, ਰਾਏ ਬੁਲਾਰ ਜੀ ਆਪ ਹੀ ਤੁਰ ਪਏ, ਪੈਦਲ ਹੀ, ਘੋੜੀ ਵੀ ਨਹੀਂ ਲਈ। ਕਹਿੰਦੇ ਚਲੋ ਅਸੀਂ ਆ ਕੇ ਜਾ ਕੇ ਆਪ ਦੇਖਦੇ ਹਾਂ। ਇੱਥੋਂ ਪਤਾ ਲੱਗਦਾ ਹੈ ਜਿਹੜੇ ਧਰਮੀ ਬੰਦੇ ਹੁੰਦੇ ਉਹਨਾਂ 'ਚ ਕਿੰਨੀ ਨਿਮਰਤਾ ਹੈ। ਜਦੋਂ ਕਿਸੇ ਦੇਸ਼ ਨੂੰ ਧਰਮੀ ਰਾਜਾ ਮਿਲਦਾ ਹੈ ਤੇ ਉਹ ਦੇਸ਼ ਸਵਰਗ ਬਣ ਜਾਂਦਾ ਹੈ। ਆਵਤ ਲੋ ਹਰਿਆਵਲ ਭਾਰੀ ਭਇਓ ਨਾ ਕਾਰਨ ਜਾਤ ਵਿਚਾਰੀ। ਹੁਣ ਕਹਿੰਦੇ ਜਦੋਂ ਰਾਏ ਬੁਲਾਰ ਵੀ ਪਹੁੰਚਿਆ ਤੇ ਰਾਤ ਵੀ ਪਹੁੰਚਿਆ ਤੇ ਕੀ ਵੇਖਿਆ, ਜਿਹੜੀ ਫਸਲ ਦਾ ਦੋਸ਼ ਬਾਬੇ ਤੇ ਲੱਗਾ ਸੀ ਨਾ ਉਹ ਦੋ ਚੱਪੇ ਬਾਕੀ ਫਸਲਾਂ ਤੋਂ ਵੀ ਉੱਚੀ ਹਿੱਲਣ ਰਹੀ ਹੈ। ਬੋਲੇ ਸੋਨਿਆਲ। ਅੱਜ ਮੇਰੇ ਪਾਤਸ਼ਾਹ ਮਹਾਰਾਜ ਦੇ ਹੱਥ 'ਚ ਛੋਟਾ ਬਾਬਾ ਜੀ ਵੀ ਨਾਲ ਹੀ ਆਏ, ਮਹਿਤਾ ਕਲਿਆਣਦਾਸ ਜੀ ਵੀ ਨਾਲ ਆਏ, ਹੋਰ ਪਤਵੰਤੇ ਬੰਦੇ ਆਏ ਤੇ ਮੇਰੇ ਗੁਰੂ ਨਾਨਕ ਜੀ ਨਾ ਪਹਿਲਾਂ ਬੋਲੇ ਨਾ ਹੋਣੀ ਬੋਲੇ ਆ। ਬਸ ਆਪਣਾ ਸ਼ਬਦ ਦੇ ਵਿੱਚ ਧਿਆਨ ਰੱਖਿਆ ਤੇ ਗੁਰਬਾਣੀ ਕਹਿੰਦੀ ਜੋ ਜਨ ਤੁਮਰੀ ਭਗਤ ਕਰਨ ਤੇ ਕੇ ਆਜ ਸਵਾਰਤਾ। ਤੁਹਾਡੇ 'ਚ ਵੀ ਇਦਾਂ ਗੁਰੂ ਦਾਸ ਬੈਠਾ ਖੁਦ ਆਪਣੀ ਜ਼ਿੰਦਗੀ ਲੈ ਕੇ, ਜਦੋਂ ਬੰਦਾ ਸ਼ਬਦ ਨੂੰ ਨਾਲ ਲੈ ਕੇ ਤੁਰਦਾ ਜਿਹਦਾ ਕੋਈ ਨਾ ਹੋਵੇ ਉਹਦਾ ਸ਼ਬਦ ਹੁੰਦਾ। ਸ਼ਬਦ ਦੇ ਅਮਰਤ ਬਾਬਾ ਨਾਨਕ ਕਈ ਵਾਰੀ ਮਾੜੇ ਦਿਨ ਹੁਣ ਭੈਣਾਂ ਵੀਰ ਮਾਂ ਪਿਓ ਚਾਚੇ ਸਭ ਛੱਡ ਜਾਂਦੇ, ਜਿਹਨੂੰ ਮਾਰੇ ਕਹਿੰਦੇ ਜਾ ਕੋ ਮੁਸ਼ਕਲ ਅੱਤ ਬਣੇ ਢੋਈ ਹੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਵੀ ਭੱਜ ਖਲੇ। ਸਾਰੇ ਭੱਜ ਜਾਂਦੇ ਆ ਪਰ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੂੰ ਸ਼ਬਦ ਨੂੰ ਨਾਲ ਲੈ ਕੇ ਆਪਣੇ ਬਾਬੇ ਨਾਨਕ ਨੂੰ ਨਾਲ ਰੱਖੀ, ਦਿਨੇ ਰਾਤ ਉਹ ਕਦੇ ਨਹੀਂ ਭੱਜਦਾ। ਮੇਰੇ ਨਾਨਕ ਜੀ ਨੇ ਕਰਤਾਰ ਨੂੰ ਨਾਲ ਰੱਖਿਆ ਤੇ ਹੁਣ ਕੌਤਕ ਹੋਣਗੇ। ਲਜਤ ਹੋਏ ਨਾ ਗਾਟ ਕਰਾਉ ਪਰਿਓ ਨਾ ਪ੍ਰਭੂ ਭਗ ਜਾਨ ਪ੍ਰਭਾਉ। ਕਹਿੰਦੇ ਜਿਹੜਾ ਰਾਗ ਸੀ ਉਹ ਅੱਗੇ ਆਇਆ, ਪਹਿਲਾਂ ਦਸ਼ਨ ਉਹਨੇ ਇਹ ਹਾਲਤ ਦੇਖੀ ਤੇ ਸ਼ਰਮਿੰਦਾ ਹੋਇਆ। ਉਹਨੂੰ ਪਤਾ ਸੀ ਰਾਏ ਬੁਲਾਰ ਰਾਜਾ ਏ, ਇਹਨੇ ਝਿੜਕਾਂ ਮਾਰਨੀਆਂ ਕਿਤੇ ਮੈਨੂੰ ਨਾ ਸਜ਼ਾ ਦੇ ਦੇਣ। ਉਹ ਤਾਂ ਦੌੜ ਗਿਆ ਉੱਥੇ ਆਪੋ ਸਤਨਾਮ। ਬਾਰੇ ਸੱਚੇ ਪਾਤਸ਼ਾਹ ਕੰਢੇ ਤੇ ਖਲੋਤੇ ਖੇਤ ਦੇ, ਪਰ ਉਹ ਜਿਹੜਾ ਜਿਹਨੇ ਲਾਈ ਸੀ ਸ਼ਿਕਾਇਤ ਉਹ ਦੂਰੋਂ ਨਿਕਲ ਗਿਆ। ਦੂਜੇ ਪਾਸਿਓਂ ਹੀ ਉਹਨੂੰ ਪਤਾ ਸੀ ਕਿ ਖੁਦ ਰਾਜਾ ਜਿਹੜਾ ਨੰਗੇ ਪੈਰੀ ਚੱਲ ਕੇ ਆਇਆ ਹੈ ਤੇ ਫਿਰ ਸਜ਼ਾ ਤਾਂ ਦੇਵੇਗਾ ਨਾ। ਉਸ ਵੇਲੇ ਕਵੀ ਜੀ ਕਹਿੰਦੇ ਉਹ ਜਿਹੜਾ ਸੀ ਰਾਗ ਦਾ ਵੇਖੇ ਹੀ ਫਸਲ ਹੁਣ ਤਾਂ ਚੱਕਰ ਆ ਗਿਆ। ਹੁਣ ਗੁਰੂ ਨਾਨਕ ਦੀ ਮਹਿਮਾ ਨੂੰ ਸਾਧ ਕੀ ਮਹਿਮਾ ਵੇਦ ਨਾ ਜਾਣੇ, ਵੇਦ ਵੀ ਨਹੀਂ ਲਿਖ ਸਕਦੇ ਰੱਬ ਦੇ ਪਿਆਰਿਆਂ ਦੀਆਂ ਗਾਥਾ। ਮੰਦ ਕਰਮਥੋ ਭਾਗ ਨਾ ਜਾਗਾ ਇਸਮੈ ਹੋਏ ਖੇਤ ਅਨੁਰਾਗਾ। ਕਹਿੰਦੇ ਹਨ ਕਿ ਉਸ ਵੇਲੇ ਮਾਰੇ ਸੱਚੇ ਪਾਤਸ਼ਾਹ ਪ੍ਰੇਮ ਦੇ ਵਿੱਚ ਹੈ। ਉਹ ਜਿਹੜਾ ਰਾਹਗੀਰ ਸੀ, ਕਿਸਾਨ ਸੀ, ਉਹ ਬਾਬੇ ਨਾਨਕ ਦੇ ਚਰਨਾਂ ਤੇ ਡਿੱਗ ਪਿਆ, ਰੋਣ ਲੱਗ ਪਿਆ ਉਸੇ ਵਕਤ ਹੀ। ਤੇ ਮੇਰੇ ਪਾਤਸ਼ਾਹ ਕਹਿੰਦੇ ਨਹੀਂ ਭਾਈ ਕਾਤੋਂ ਰੋਣਾ ਏ। ਉਸ ਵੇਲੇ ਹਿਰਦਾ ਇੰਨਾ ਕਬੈ ਤੁਰਿਆ, ਕਹਿੰਦੇ ਪਾਤਸ਼ਾਹ ਮੇਰੇ ਮਾੜੇ ਭਾਗ, ਰੱਬ ਜੀ ਖੁਦਾ ਜੀ ਸਾਰਾ ਦਿਨ ਤੁਹਾਨੂੰ ਕਚਹਿਰੀ ਦੇ ਵਿੱਚ ਰੱਖਿਆ, ਸਾਰਾ ਦਿਨ ਤੁਹਾਡੇ ਤੇ ਦੋਸ਼ ਲੱਗੇ, ਮੈਨੂੰ ਭੁੱਲ ਮਾਫ ਕਰ ਦਿਓ, ਮੈਨੂੰ ਬਖਸ਼ ਲਓ। ਮੈਂ ਕਿਸੇ ਦੇ ਕਹੇ ਤੇ ਤੇਰੇ ਨਾਮੇ ਗੁੱਸੇ ਹੋ ਗਿਆ। ਮੈਂ ਤਾਂ ਕਹਿੰਦਾ ਹੁੰਦਾ ਏ ਕੋਈ ਵੀ ਤੁਹਾਨੂੰ ਤੁਹਾਡੇ ਬਾਰੇ ਕੋਈ ਗੱਲ ਕਰੇ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਕਲੀਅਰ ਕਰਿਆ। ਜ਼ਿੰਦਗੀ ਵੇਖੋ ਕਿੰਨੀ ਸੋਹਣੀ ਹੋ ਜਦੋਂ ਆਪਾਂ ਇੱਕ ਦੂਜੇ ਦੀ ਸੁਣ ਕੇ, ਮੰਨ ਲਓ ਭਾਈ ਸਾਹਿਬ ਮੈਂ ਇਹਨੂੰ ਕੁਝ ਕਿਹਾ ਹੋਵੇ, ਇਹਨੂੰ ਕਿਸੇ ਕਹਿੰਦਾ ਤੈਨੂੰ ਕਹਿੰਦਾ ਇਹਨੇ ਮੇਰੇ ਨਾਲ ਮੂੰਹ ਬਣਾਈ ਦੇਣਾ, 10-15 ਦਿਨਾਂ ਬਾਅਦ ਪਤਾ ਲੱਗਣਾ ਗੱਲ ਵਿੱਚ ਕੋਈ ਵੀ ਨਹੀਂ। ਮੈਂ ਉਦਾਹਰਨ ਦਿੱਤੀ ਹੈ। ਇਸ ਕਰਕੇ ਇਦਾਂ ਦੀ ਜ਼ਿੰਦਗੀ ਬਣਾਓ, ਤੁਹਾਨੂੰ ਕੋਈ ਕੁਛ ਕਹਿੰਦਾ
ਕਿਸੇ ਦੇ ਆਖੇ ਨਾਲ ਲੱਗੋ ਉਹਨੂੰ ਸਿੱਧਾ ਹੀ ਪੁੱਛਣਾ ਭਾਈ ਤੂੰ ਇਦਾਂ ਗੱਲ ਕੀਤੀ ਹੈ। ਹੁਣ ਕਿਸਾਨ ਕਹਿੰਦਾ ਜੀ ਮੈਂ ਤਾਂ ਇਹ ਨੌਕਰ ਦੇ ਆਖੇ ਲੱਗ ਕੇ ਸਾਰਾ ਕੇਸ ਕਰਤਾ ਤੇ ਮੈਨੂੰ ਮਾਫ ਕਰ ਦਿਓ ਸਤਿਗੁਰੂ, ਬਹੁਤ ਵੱਡੀ ਭੁੱਲ ਹੋਈ ਹੈ। ਸ੍ਰੀ ਨਾਨਕ ਕਾਲੂ ਮਿਤ ਸੰਗਾ ਚਲਿਓ ਸਦਨ ਕੋ ਸਹਿਤ ਮੰਗਾ। ਔਰ ਇਸ ਤਰ੍ਹਾਂ ਕਰਕੇ ਕਹਿੰਦੇ ਫਿਰ ਬਾਪੂ ਨਾਨਕ ਜੀ ਮੇਰੇ ਪਿਆਰੇ ਤੇ ਮਹਿਤਾ ਕਾਲੂ ਜੀ ਬੜੇ ਉਤਸ਼ਾਹ ਦੇ ਨਾਲ ਆਪਣੇ ਘਰ ਨੂੰ ਤੁਰ ਪਏ ਹਨ। ਭਇਓ ਖੇਤ ਰਖਵਾਰੋ ਝੂਠਾ, ਜੇ ਕੋ ਮੈਂ ਕੀ ਕੀਤਾ ਬੂਠਾ। ਕਹਿੰਦੇ ਖੇਤ ਦਾ ਮਾਲਕ ਝੂਠਾ ਪੈ ਗਿਆ ਤੇ ਉਹਦੇ ਅੰਦਰੋਂ ਲੱਜਾ ਆਈ ਕਿ ਸਾਰੀ ਗਲਤੀ ਮੇਰੀ ਹੈ। ਰਾਏ ਲਖਿਓ ਰਾਹਕ ਬਤਵਾਰਾ, ਬਿਨ ਉਜਰੇ ਕਿਉ ਕਰੀ ਪੁਕਾਰਾ। ਉਧਰ ਕਹਿੰਦੇ ਰਾਏ ਬੁਲਾਰ ਵੀ ਸੋਚਾ ਨਹੀਂ ਪੈ ਗਿਆ ਕਿ ਇਹ ਕਿਸਾਨ ਪਾਗਲ ਤੇ ਜਿਹਦੀ ਖੇਤੀ ਦੁੱਗਣੀ ਚੌਗਣੀ ਹੈ, ਪਰ ਇਹ ਮੇਰੇ ਕੋ ਆ ਕੇ ਕੇਸ ਕਰਦਾ ਕਿ ਮੇਰੇ ਖੇਤ ਉਜੜ ਗਏ। ਕਾਰਨ ਤਾਂ ਕੋਈ ਜ਼ਰੂਰ ਹੋਵੇਗਾ। ਸਿਆਣਾ ਸੀ ਨਾ ਬੰਦਾ, ਸਿਆਣਾ ਬੰਦਾ ਤਾਂ ਕੁਝ ਨਾ ਕੁਝ ਦੱਤ ਕੱਢਦਾ ਏ। ਤੋ ਕਵੀ ਜੀ ਕਹਿੰਦੇ ਰਾਏ ਬੁਲਾਰ ਵੀ ਹੈਰਾਨ ਹੋ ਰਿਹਾ ਕਿ ਇਹ ਝੂਠ ਮਾਰਦਾ ਕੌਤਕ ਕੀ ਹੈ। ਹੁਣ ਉਹਨੇ ਜੜ ਤੱਕ ਜਾਣਾ ਰਾਏ ਬੁਲਾਰ ਨੇ, 2-3 ਘਟਨਾ ਉਹਦੀਆਂ ਵਰਤਣੀਆਂ, ਫਿਰ ਜਾ ਕੇ ਉਹਨੇ ਬਾਬੇ ਨਾਨਕ ਨੂੰ 750 ਮਰਬਾ ਮੱਥਾ ਟੇਕਣਾ। ਆਪਾਂ ਪਹਿਲਾਂ ਕਿਸੇ ਨੂੰ ਸੁਣਦੇ ਨਹੀਂ ਆ, ਪੜ੍ਹਦੇ ਨਹੀਂ ਆ, ਜਾਣਦੇ ਨਹੀਂ ਆ, ਸਿੱਧਾ ਹੀ ਉਹਦੇ ਨਾਲ ਪ੍ਰੇਮ ਕਰ ਲਈਏ। ਇੱਥੋਂ ਆਪਾਂ ਮਾਰ ਖਾ ਜਾਂਦੇ, ਆਪਾਂ ਦੁਨੀਆ 'ਚ ਘਾਟੇ ਪਤਾ ਕਦੋਂ ਖਾਂਦੇ। ਆਪਾਂ ਨੂੰ ਮਾੜਾ ਜੇ ਕਿਸੇ ਨੇ ਹੱਸ ਕੇ ਬੁਲਾਇਆ, ਆਪਾਂ ਕਹਿੰਦੇ ਮੇਰਾ। ਪਰ ਬਾਬੇ ਨਾਨਕ ਨੂੰ ਰਾਏ ਬੁਲਾਰ ਨੇ 3 ਵਾਰ ਪਰਖਿਆ। ਜਦੋਂ ਪਤਾ ਲੱਗ ਗਿਆ ਸੱਚੀ ਖੁਦਾ ਹੈ, ਫਿਰ ਕਹਿੰਦਾ ਸੀ ਬਾਬਾ ਅਸਾਂ ਤੋਲੇ ਨਾ ਹੋਈ, ਅਸਾਂ ਨੂੰ ਛੱਡ ਕੇ ਨਾ ਜਾਈ। ਅੱਜ ਵੀ ਤੁਹਾਨੂੰ ਕਥਾ ਸਿਖਾਉਂਦੀ ਹੈ ਕਿ ਜਦੋਂ ਕਿਤੇ ਬਾਬੇ ਦੇ ਜਾਂ ਕਿਸੇ ਥਾਂ ਤੇ ਜਾਂਦੇ ਹੁੰਦੇ, ਪਹਿਲਾਂ ਉਹਦਾ ਇਤਿਹਾਸ ਪੜ੍ਹੋ, ਉਹਦੇ ਬਾਰੇ ਵੇਖੋ, ਫਿਰ ਜਾ ਕੇ ਮੱਥਾ ਟੇਕਿਆ ਕਰੋ। ਇਹ ਨਹੀਂ ਮਾੜਾ ਜੇ ਕਿਸੇ ਭੈਣ ਨੇ ਕਹਿਤਾ ਵੀਰ ਨੇ ਚਲੋ ਫਲਾਣੇ ਥਾਂ ਇੱਕ ਬਾਬਾ ਤੇ ਚੁੱਪ ਕਰਕੇ ਚਲੇ ਗਏ ਨਾ। ਧੰਨ ਮੇਰੇ ਗੁਰੂ ਨਾਨਕ ਸਾਹਿਬ ਦੇ ਬਾਬਤ ਰਾਏ ਜੀ ਸੋਚਦੇ ਹਨ। ਬਸਤਾ ਤਾਪ ਆਪ ਪੁਨ ਕੀਨਾ, ਮੈਂ ਬਰਖਾ ਕਹਿ ਕਿਉਂ ਪੈ ਦੀਨਾ। ਕਹਿੰਦੇ ਰਾਏ ਬੁਲਾਰ ਦੇ ਵੀ ਨੇਤਰਾਂ 'ਚ ਹੰਝੂ ਹੈ। ਉਹਦੀ ਘਰ ਵਾਲੀ ਆਈ, ਕਹਿਣ ਲੱਗੀ ਸਾਈਂ ਅੱਜ ਮਹਾਰਾਜ ਪਹਿਲੀ ਵਾਰੀ ਵੇਖਿਆ ਕਿ ਰਾਜਾ ਰੋ ਰਿਹਾ ਹੋਵੇ, ਗੱਲ ਕੀ ਹੈ। ਉਸ ਵੇਲੇ ਰਾਏ ਬੁਲਾਰ ਜੀ ਦੇ ਬੁੱਲ ਕੰਬੇ, ਅੱਖਾਂ 'ਚ ਪਾਣੀ ਡਿੱਗ ਪਿਆ। ਕਹਿੰਦੇ ਭਾਗਾਂ ਵਾਲੀਏ, ਅੱਜ ਮੈਨੂੰ ਏਦਾਂ ਮਹਿਸੂਸ ਹੁੰਦਾ ਜਿਵੇਂ ਮੈਂ ਕਿਸੇ ਰੱਬ ਦਾ ਦਿਲ ਦਿਖਾਇਆ ਹੋਵੇ। ਅੱਜ ਮੈਨੂੰ ਏਦਾਂ ਮਹਿਸੂਸ ਹੋ ਰਿਹਾ ਮੇਰੇ ਤੋਂ ਬਹੁਤ ਵੱਡੀ ਗਲਤੀ, ਮੈਂ ਕਿਸੇ ਅੰਦਰ ਦੋਸ਼ ਨੂੰ ਕਟਹਿਰੇ ਦੇ ਵਿੱਚ ਖਿਲਾਰ ਛੱਡਿਆ ਹੋਵੇ। ਕਹਿਣ ਲੱਗੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਕਹਿੰਦੇ ਉਹ ਜਿਹੜਾ ਬਾਬਾ ਨਾਨਕ ਹੈ ਨਾ, ਜਿਹਨੂੰ ਨਾਨਕ ਕਹਿੰਦੇ ਲੋਕੀ ਬੌਰਾਨਾ, ਇਹਨੂੰ ਭੂਤ ਚਿੰਬੜੇ ਮਸਤਾਨਾ ਹੈ, ਮੈਨੂੰ ਤਾਂ ਸੱਚ ਜਾਣੀ ਕੋਈ ਖੁਦਾਈ ਨੂਰ ਲੱਗਦਾ ਹੈ। ਜਿੰਨਾ ਚਿਰ ਮੇਰੇ ਸਾਹਮਣੇ ਰਿਹਾ ਮੈਨੂੰ ਬੜਾ ਸਕੂਨ ਆਇਆ, ਤੇ ਹੁਣ ਉਹ ਚਲੇ ਗਿਆ ਘਰ ਨੂੰ ਤੇ ਮੈਨੂੰ ਏਦਾਂ ਲੱਗਦਾ ਜਿਵੇਂ ਮੇਰਾ ਕੋਈ ਕੁਝ ਖੋ ਕੇ ਲੈ ਗਿਆ। ਇਹਨੂੰ ਪ੍ਰੇਮ ਕਹਿੰਦੇ ਆ ਕਿ ਜਿਹਨੂੰ ਤੁਸੀਂ ਪ੍ਰੇਮ ਕਰੋ, ਤੁਹਾਡੇ ਸਾਹਮਣੇ ਗੁਰੂ ਸਾਹਿਬ ਜੀ ਹੈ। ਜਿੰਨਾ ਚਿਰ ਮਾਰੇ ਦੇ ਕੋਲ ਰਹਿੰਦੇ ਸੱਚ ਜਾਣਿਓ, ਜੀ ਕਰਦਾ ਜੰਨਤ ਹੈ, ਸਵਰਗ ਹੈ। ਜਦੋਂ ਮਾਰੇ ਤੋਂ ਦੂਰ ਹੋ ਜਾਂਦਾ ਫਿਰ ਰੋਣੇ ਧੋਣੇ, ਪੰਡਾਂ ਬੱਜੀਆਂ ਸਿਰ ਤੇ ਚਿੰਤਾ ਦੀਆਂ। ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਤੇ ਰਾਏ ਬੁਲਾਰ ਵੀ ਰੋ ਰਿਹਾ ਹੈ। ਅਸ ਵਿੱਚ ਸ੍ਰੀ ਨਾਨਕ ਜਗ ਸਾਈ, ਅਦਭੁਤ ਲੀਲਾ ਕਰਤ ਸੁਹਾਈ। ਤੇ ਇਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਪ੍ਰਸਾਦ ਨੇ, ਬਹੁਤ ਖੁਸ਼ ਨੇ। ਮਹਾਰਾਜ ਜੀ ਨੇ ਲੀਲਾ ਵਰਤਾ ਦਿੱਤੀ। ਉਹ ਮੈਂ ਕਨਕ ਚਾਰਨ ਕਾਰਨ, ਨਿਤ ਬਨ ਜੈ ਪਿਪਤ ਵਿਦਾਰਨ। ਦਰਅਸਲ ਗੁਰੂ ਨਾਨਕ ਦਾ ਮਿਸ਼ਨ ਸੀ ਕੋਈ। ਮਹਾਰਾਜ ਕਿਸੇ ਨਾ ਕਿਸੇ ਤਰੀਕੇ, ਕਿਉਂਕਿ ਜਿਹੜਾ ਬੰਦਾ ਸਿੱਧਾ ਨਹੀਂ ਨਾ ਸਮਝ ਸਕਦਾ ਸੀ, ਉਹਨੂੰ ਬਾਬੇ ਨਾਨਕ ਨੇ ਤਰੀਕੇ ਨਾਲ ਸਮਝਾਇਆ। ਕਿਉਂਕਿ ਲੋਕੀ ਉਦੋਂ ਜ਼ਿਆਦਾ ਰਿਧੀਆਂ ਸਿੱਧੀਆਂ ਵਾਲੇ ਬਾਬਿਆਂ ਨੂੰ ਮੰਨਦੇ ਸੀ। ਅੱਜ ਵੀ ਕਈ ਕਹਿੰਦੇ ਵੀ ਉਹ ਬਾਬਾ ਚਾਹੀਦਾ ਜਿਹੜਾ ਮੁੱਠ ਫੂਕ ਮਾਰ ਕੇ ਕੰਮ ਕਰਦੇ, ਤੇ ਕਈ ਕਹਿੰਦੇ ਵੀ ਅਸੀਂ ਗੁਰਦੁਆਰੇ ਇਹ ਬਾਬਾ ਕਹਿੰਦੇ ਥੋੜਾ ਜਿਹਾ ਹੌਲੀ ਕਾਰਜ ਕਰਦਾ। ਕਈ ਕਹਿੰਦੇ ਵੀ ਜਿਹੜਾ ਬਾਬਾ ਠੰਡਾ ਥੋੜਾ ਜਿਹਾ ਵੀ ਚੇਰ ਲਾ ਦਿੰਦਾ। ਜਿਹੜੇ ਦੂਜੇ ਬਾਬੇ ਉਹ ਤਾਂ ਸਵੇਰੇ ਫੂਕ ਮਾਰ ਤੇ ਸ਼ਾਮਾਂ ਨੂੰ ਦੂਜਾ ਲੱਗ ਜਾਂਦਾ। ਤੋ ਇਸ ਕਰਕੇ ਉਸ ਵਕਤ ਦੀ ਦੁਨੀਆ ਦੀ ਇਹ ਹਾਲਤ ਸੀ ਕਿ ਛੇਤੀ ਛੇਤੀ ਕੰਮ ਕਰਾਉਣ ਨੂੰ ਕਾਹਲੇ ਸੀ। ਬਾਬੇ ਨੂੰ ਪਤਾ ਸੀ ਕਿ ਜੇ ਮੈਂ ਇਦਾਂ ਕਹਿਤਾ ਤਾਂ ਇਹਨਾਂ ਨੂੰ ਜ਼ਰੂਰ ਲੱਗ ਪੈਣਾ। ਹੁਣ ਬਾਬੇ ਨੇ ਨਾਮ ਦੀ ਮਹਿਮਾ ਨੂੰ ਉੱਚਾ ਚੁੱਕਣ ਵਾਸਤੇ ਸਾਰੇ ਕੌਤਕ ਕੀਤੇ ਨੇ।
ਤਾਂ ਕਰਕੇ ਮਹਾਰਾਜ ਸਾਹਿਬ ਦੀ ਮੱਝਾਂ ਲੈ ਕੇ ਉੱਥੇ ਜਾਂਦੇ ਸੀ, ਕਿਸੇ ਤਰੀਕੇ ਭਲਾ ਕਰਦੇ ਹਨ। ਆਏ ਅਨਿਛਤ ਖੇਤ ਅਗਾਰੇ, ਖਾਨ ਲਗੇ ਨਿਤ ਤਿਨੈ ਨਿਵਾਰੇ। ਇਸ ਤਰ੍ਹਾਂ ਕਿਤੇ ਮਹਾਰਾਜ ਜੀ ਰੋਜ਼ ਜਾਂਦੇ ਨੇ, ਉਹਨਾਂ ਨੂੰ ਜਿੱਥੇ ਇੱਛਾ ਕਰਦੀ ਉਹਦੇ ਖੇਤ ਵਿੱਚ ਬਾੜ ਛੱਡਦੇ ਨੇ, ਨਾਲੇ ਰੱਬ ਦੇ ਸਿਮਰਨ ਦੇ ਕੌਤਕ ਗਾਉਂਦੇ ਨੇ। ਇਹਦੇ ਮਹਾਰਾਜ ਸੱਚੇ ਪਾਤਸ਼ਾਹ ਖੁਦ ਖੁਦਾ ਹੀ ਆਏ ਸੀ। ਇੱਕ ਸਾਡੀ ਦੀ ਕਥਾ ਸੀ ਕਿ ਰੋਜ਼ ਖੇਤ 'ਚ ਪਸ਼ੂ ਬਾੜਦੇ ਨੇ, ਜਦੋਂ ਵਾਪਸ ਜਾਣਾ ਤੇ ਸੱਤ ਕਰਤਾਰ ਕਹਿ ਜਾਣਾ ਤੇ ਖੇਤ ਹਰਿਆ ਭਰਿਆ ਹੋ ਜਾਣਾ। ਇਹ ਸਾਰੀ ਮਹਿਮਾ ਨਾਮ ਦੀ ਹੈ। ਜਿੱਦਾਂ ਬਹਾਦਰ ਬਾਬਾ ਬਿਧੀ ਚੰਦ ਜੀ ਮੱਝਾਂ ਚੋਰੀ ਕਰਕੇ ਲੈ ਗਏ, ਪਿੱਛੇ ਉਹਦੇ ਪੁਲਿਸ ਲੱਗੀ ਤੇ ਮਾਲਕ ਜੋ ਕਹਿੰਦੇ ਅੱਜ ਛੱਡਣਾ ਨਹੀਂ, ਘੁੱਟਣਾ ਬੜਾ, ਇਹਨੂੰ ਹੱਡੀਆਂ ਭੰਨ ਦੇਣੀਆਂ। ਤੇ ਬਾਬਾ ਬਿਧੀ ਚੰਦ ਜੀ ਮਾਝੇ ਦੀ ਧਰਤੀ, ਚੋਲਾ ਸਾਹਿਬ ਪੰਜਵੇਂ ਪਾਤਸ਼ਾਹ ਦਾ ਸਥਾਨ ਹੈ, ਗੁਰੂ ਅਰਜਨ ਸਾਹਿਬ ਉਹਦੇ ਲਾਗੇ ਪਿੰਡ ਪੈਂਦਾ ਭਾਈ ਅਦਲੀ। ਮਹਾਂਪੁਰਖ ਬਾਬਾ ਜੀ ਦੀ ਕੁਟੀ ਆ, ਹੁਣ ਤਾਂ ਗੁਰਦੁਆਰਾ। ਉੱਥੇ ਬਾਬਾ ਭਾਈ ਅਦਲੀ ਜੀ ਉਹਨਾਂ ਦਾ ਨਾਮ ਹੈ। ਉੱਥੇ ਕੁੜੀਆਂ ਵਿੱਚ ਬੈਠੇ ਬੜੇ ਪੁੱਜੇ ਸਾਧੂ ਸੀ, ਬਾਬਾ ਹਜ਼ਾਰਾ ਸਿੰਘ ਜੀ, ਬਾਬਾ ਆਤਮ ਸਿੰਘ। ਉੱਥੇ ਜਦੋਂ ਬਾਬਾ ਬਿਧੀ ਚੰਦ ਨੂੰ ਹੋਰ ਤਾਂ ਕੁਝ ਦੱਸਿਆ ਨਾ, ਪਿੱਛੇ ਆਉਂਦੇ ਉਹ ਵੀ ਦਿਸਣ, ਕਿਉਂਕਿ ਉੱਪਰ ਚੜੇ ਆ ਰਹੇ ਮੱਝਾਂ ਦੇ ਖੁਰਾਂ ਦੇ। ਉਹ ਜਾ ਕੇ ਜਲਦੀ ਜਲਦੀ ਕਹਿੰਦੇ ਬਾਬਾ ਅੱਜ ਵਿਚਾਲਾ ਮਾਰ ਦੇਣਗੇ। ਤੇ ਮਹਾਂਪੁਰਖ ਦਇਆ ਦੇ ਸਾਗਰ ਹੁੰਦੇ, ਉਹ ਕਹਿੰਦੇ ਵੀ ਮੈਂ ਕਿੱਥੇ ਬਚਾਵਾਂ ਤੈਨੂੰ, ਇਹਦੇ ਜਿੱਦਾਂ ਮਰਜ਼ੀ ਕਰ, ਅੱਜ ਵਿਚਾਲਾ ਜੋ ਆਖੇਗਾ ਕਰੂੰਗਾ। ਤੇ ਉਸ ਮਹਾਂਪੁਰਖ ਨੇ ਆਪਣੇ ਖੀਸੇ ਚੋਂ ਮਾਲਾ ਦਿੱਤੀ ਤੇ ਕਹਿੰਦੇ ਇੱਥੇ ਬਹਿ ਜਾ ਮੇਰੇ ਕੋਲ, ਹਾਲੇ ਸਿਮਰਨ ਕਰੀ ਜਾ, ਮਾਲਾ ਫੇਰ ਲਾ, ਜਿਹਦੀ ਮਾਲਾ ਆਪੇ ਰੱਖੂਗਾ। ਕੀ ਆਖਿਆ ਜੀ? ਜਿਹਦੀ ਮਾਲਾ ਆਪੇ ਰੱਖੂਗਾ। ਤੇਰਾ ਕੰਮ ਕਹਿੰਦਾ ਜੀ ਮੈਂ ਤਾਂ ਕਦੀ ਗੁਰਦੁਆਰੇ ਨਹੀਂ ਗਿਆ ਤੇ ਨਾ ਮੈਨੂੰ ਕਿਧਰ ਨੂੰ ਫੇਰਨਾ, ਇਹਨੂੰ ਕਹਿੰਦਾ ਜਿੱਧਰ ਨੂੰ ਚਿੱਤ ਕਰਦਾ ਤਾਂ ਪੁੱਠੀ ਮਾਲਾ ਹੀ ਸ਼ੁਰੂ ਕਰ। ਤੂੰ ਕਹਿਣ ਦਾ ਭਾਵ ਇੱਕ ਅੰਦਰ ਸੱਚਾ ਹੋਵੇ ਤੇ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ। ਜਦੋਂ ਅੰਦਰ ਹੀ ਮਾਲਾ ਹੋਵੇ ਸਿੱਧੀਆਂ ਮਾਲਾ ਵੀ ਪੁੱਠੀਆਂ ਹੀ। ਜਿਹਦਾ ਅੰਦਰ ਹੀ ਸਾਫ਼ ਹੋਵੇ 50 ਵੀ ਸਿੱਧੀ ਮਾਲਾ ਤੇਰੇ ਅੰਦਰ ਪੁੱਠਾ ਹੀ। ਤੋ ਬਾਬਾ ਬਿਧੀ ਚੰਦ ਜੀ ਨੇ ਅੱਖਾਂ ਮੀਟੀਆਂ ਤੇ ਮਾਲਾ ਚੱਲੇ ਜਿਵੇਂ ਸਾਈਕਲ ਦਾ ਚੱਕਾ ਚੱਲਦਾ। ਉਹ ਆਏ ਤੇ ਆ ਕੇ ਕਹਿੰਦੇ ਬਾਬਾ ਸਾਡਾ ਚੋਰ ਆਇਆ। ਕਹਿੰਦੇ ਸਾਧੂ ਦੀ ਗੁੱਡੀਆਂ 'ਚ ਚੋਰਾਂ ਦਾ ਕੀ ਆ? ਕਹਿੰਦੇ ਮੇਰਾ ਚੇਲਾ ਤੇ ਮੈਂ ਬੰਦਗੀ ਕਰਦਾ। ਕਹਿੰਦੇ ਜੀ ਮੱਝਾਂ ਆ ਪਸ਼ੂ ਕਿਹਦੇ ਮਾਰੇ? ਕਹਿੰਦੇ ਤੁਹਾਡੇ। ਤੇ ਵੇਖ ਲਓ ਜਦੋਂ ਉਹਨਾਂ ਪਸ਼ੂ ਛੱਪੜ ਦੇ ਵਿੱਚ ਉਠਾਏ ਨਾ, ਤੇ ਉਹ ਜਿਹੜੀ ਕਾਲੀ ਸੀ ਉਹ ਗੋਰੀ ਹੋ ਗਈ। ਇਕੱਲੇ ਗੁਰੂ ਨਾਨਕ ਨਹੀਂ, ਮੇਰੇ ਗੁਰੂ ਨਾਨਕ ਨੇ ਬੰਦਗੀ ਕਰਨ ਵਾਲਿਆਂ 'ਚ ਵੀ ਰਹਿਮਤਾਂ ਦਿੱਤੀਆਂ। ਆਪਣੇ ਤਾਂ ਸੀ ਉਹਦੇ ਵਿੱਚ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਉਹਨਾਂ ਦੀ ਰਸਮਾਂ ਤੇ ਵੀ ਵਸਿਆ। ਬਾਬਾ ਸ਼ਾਹ ਅੱਲਾ ਯਾਰ ਜੀ ਨੇ ਕਿੰਨਿਆਂ ਦੇ ਕਾਰਜ ਕੀਤੇ। ਮੈਂ ਆਉਣਾ ਚਾਹੁੰਦਾ ਇੱਧਰ ਨੂੰ, ਪਰ ਘੜੀ ਬੜੀ ਤੇਜ਼ੀ ਨਾਲ ਚੱਲ ਰਹੀ, ਰਾਤ ਦਾ ਦੀਵਾਨ ਆਪਾਂ ਉਹਦੇ ਵਿੱਚ ਵੀ ਸੁਣਾਂਗੇ। ਤੋ ਇਸ ਕਰਕੇ ਬਾਬਾ ਬਿਧੀ ਚੰਦ ਜੀ ਨੇ ਮਾਲਾ ਫੇਰੀ, ਕਾਲੀਆਂ ਚਿੱਟੀਆਂ ਬੂਰੀਆਂ ਕਾਲੀਆਂ, ਸਾਰਾ ਕੁਝ ਬਦਲ ਗਿਆ। ਆਖੋ ਸਤਿਨਾਮ। ਜਦੋਂ ਚਲੇ ਗਏ ਨਾ, ਇਹਨਾਂ ਬਾਬਾ ਬਚਾ ਲਿਆ। ਕਹਿੰਦੇ ਜਾ ਭਲਾ ਹੋਵੇ ਤੇਰਾ। ਤੇ ਜਦੋਂ ਤੁਰਨ ਲੱਗਾ ਤੇ ਬਾਬਾ ਅਦਲੀ ਜੀ ਕਹਿੰਦੇ ਮੇਰੀ ਮਾਲਾ ਤੇ ਦੇ ਦੇ। ਕਹਿੰਦਾ ਮੈਂ ਨਹੀਂ ਦੇਣਾ। ਤੇ ਮਹਾਂਪੁਰਖ ਕਹਿੰਦੇ ਕੀ ਕਰਿਆ ਕਰਨਾ ਤੂੰ ਇਹਦਾ? ਇਹਦਾ ਕਰਨਾ ਕੀ ਹੈ? ਚੋਰੀ ਕਰਿਆ ਕਰਾਂਗੇ ਤੇ ਜਦੋਂ ਪਿੱਛੇ ਕੋਈ ਆਊਗਾ ਤੇ ਮਾਲਾ ਫੇਰ ਲਿਆ ਕਰਾਂਗੇ। ਆਖੋ ਸਤਿਨਾਮ। ਕਈ ਬਹੁਤੇ ਪਾਠ ਪੂਜਾ ਕਰਦੇ ਹੀ ਏਦਾਂ ਹੀ ਵੀ ਕੰਮ ਕੋਈ ਹੋਰ ਕਰਨੇ ਹੁੰਦੇ। ਜਿੱਦਾਂ ਕਹਿੰਦੇ ਕੋਈ ਸ਼ਰਾਬ ਵੇਚਿਆ ਕਰੇ, ਇਹਨਾਂ ਬਾਬਾ ਅੱਜ ਮੇਰੀ ਪੁਲਿਸ ਪਈ ਸ਼ਰਾਬ ਵਿਚਾਰੇ 2 ਬੋਤਲਾਂ ਦੇ ਚੜਾ ਲਓ। ਕਈ ਗੁਰਦੁਆਰੇ ਚੜ੍ਹਦੀ ਜੀ ਆਪਾਂ ਜਾਈਏ ਨਾ ਕਾਲੇ ਸੰਗਿਆਂ ਨੂੰ, ਮਹਾਂਪੁਰਖ ਬਾਬਾ ਖਾਨਦਾਰ ਜੀ, ਉਹ ਸਾਡੇ ਵੀ ਇੱਕ ਬੇਨਤੀ ਸ਼ੁਰੂ ਪਤਾ ਏਦਾਂ ਹੀ ਹੋਈ। ਕਿਉਂਕਿ ਪੁਰਾਣੇ ਸਮੇਂ 'ਚ ਜਿਹੜੇ ਬਜ਼ੁਰਗ ਸੀ ਉਹ ਸ਼ਰਾਬਾਂ ਹੀ ਹੁੰਦੀਆਂ ਸੀ। ਇਹ ਜੋ ਕਿਸੇ ਕੋਲ ਉਹ ਸੁਖਣਾ ਸੁਖਣੀ। ਉਹ ਸਾਡੇ ਇੱਕ ਮਹਾਂਪੁਰਖ ਦੱਸਦੇ ਸੀ ਕਿ ਵੀ ਇੱਦਾਂ ਹੀ ਇਹ ਪਰੰਪਰਾ ਇੱਦਾਂ ਹੀ ਚੱਲੀ ਹੈ ਵੀ ਮੰਨ ਲਓ ਕਿਸੇ ਨੇ 50 ਬੋਤਲਾਂ ਕੱਢੀਆਂ, ਪੁਲਿਸ ਆਈ ਤੇ ਲਗੋਤੀਆਂ, ਕਹਿੰਦਾ ਬਾਬਾ ਖਾਨਦਾਸ ਕਿਰਪਾ ਕਰੀ ਅੱਜ ਮੇਰੀਆਂ ਬੋਤਲਾਂ ਬਚਾ ਦੇ ਤੇ ਮੈਂ 5 ਬੋਤਲਾਂ ਤੇਰੇ ਚੜਾ ਦੂੰਗਾ। ਉਹ ਚਲੋ ਆਸਾ ਪਾਸਾ ਹੋ ਕੇ ਸਿਪਾਹੀ ਚਲੇ ਗਏ, ਉਹਨੇ 5 ਚੜਾਤੀਆਂ। ਇੱਥੋਂ ਫਿਰ ਚੱਲਦਾ ਚੱਲਦਾ ਕੰਮ ਫਿਰ ਉਹ ਪੱਕਾ ਹੀ ਬਣ ਗਿਆ ਵੀ ਜਿਹੜਾ ਸ਼ਰਾਬ ਚੜਾਊ ਉਹਦੀਆਂ ਆਸਾਂ ਪੂਰੀਆਂ ਹੁੰਦੀਆਂ। ਹਾਂਜੀ, ਐਸੀ ਕਰਕੇ ਕਈ ਸਥਾਨ ਉਜਾਗਰ ਹੋ ਗਏ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮਹਾਂਪੁਰਖ ਕਹਿੰਦੇ ਪੁੱਤ ਮਾਲਾ ਕੀ ਕਰਨੀ ਹੈ? ਕਹਿੰਦੇ ਚੋਰੀਆਂ ਕਰਿਆ ਕਰਾਂਗੇ ਤੇ ਮਾਲਾ ਫੇਰ ਕੇ ਬਾਜਿਆ ਕਰਾਂਗੇ। ਕਹਿੰਦੇ ਇੱਧਰ ਫੜਾ ਦੇ ਮੇਰੀ ਮਾਲਾ। ਇਹ ਮਾਲਾ ਇਹ ਕੰਮ ਕਰਨ ਵਾਲੀ ਨਹੀਂ ਹੈ, ਇਹ ਟੁੱਟਿਆਂ ਨੂੰ ਕੱਢਣ ਵਾਲੀ ਹੈ, ਚੋਰਾਂ ਨੂੰ ਸਾਧੂ ਬਣਾਉਣ ਵਾਲੀ। ਮੇਰੇ ਕੋਲ ਇੱਕੋ ਹੀ ਹੈ, ਮੇਰੇ ਕੋਲ ਇੱਕੋ ਹੀ ਹੈ। ਕਹਿੰਦੇ ਬਾਬਾ ਤੂੰ ਹੋਰ ਲੈ ਲਈ। ਕਹਿੰਦੇ ਹੋਰ ਮਾਲਾ ਮਿਲਦੀ ਹੈ ਪਰ ਤਰਨ ਤਾਰਨ ਜਾਣਾ ਪੈਣਾ। ਕਹਿੰਦੇ ਉੱਥੇ ਕਿੱਥੇ ਮਿਲਦੀ? ਕਹਿੰਦੇ ਪੰਜਵੇਂ ਪਾਤਸ਼ਾਹ ਬੈਠੇ ਉੱਥੇ
ਉਹ ਵੱਡਦੀ ਜਾ ਕੇ ਲਿਆ। ਬਹਾਦਰ ਬਾਬਾ ਬੇਰੀ ਚੰਦ ਪਹੁੰਚ ਗਿਆ, ਉੱਥੇ ਸੰਗਤਾਂ ਬੈਠੀਆਂ, 25 ਕਿੱਲਿਆਂ ਦਾ ਸਰੋਵਰ ਹੈ। ਮੇਰੇ ਪਾਤਸ਼ਾਹ ਸੰਗਤ ਵਿੱਚ ਬੈਠੇ, ਗਿਆ ਜਾ ਕੇ ਮੱਥਾ ਟੇਕਿਆ। ਜਦੋਂ ਪਹਿਲੀ ਵਾਰ ਗੁਰੂ ਨਾਨਕ ਦੇਵ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਕਹਿੰਦੇ ਗੁਰੂ ਨਾਨਕ ਦੇ ਤਖਤ ਤੇ ਗੁਰ ਪੰਜਵਾਂ ਬੈਠਾ, ਆਣ ਉਹਨੂੰ ਮੱਥੇ ਟੇਕੇ, ਦੇਵੀਆਂ ਤੇ ਸਿਜਦਾ ਕਰੇ। ਜਹਾਨ 24 ਘੰਟੇ ਲੰਗਰ ਚੱਲਦਾ, ਕੀ ਹਿੰਦੂ ਮੁਸਲਮਾਨ ਜਿਹੜਾ ਛਕੇ ਪ੍ਰਸ਼ਾਦਾ ਸਿਜਦਾ ਕਰੇ। ਜਹਾਨ ਮੇਰੇ ਪਾਤਸ਼ਾਹ ਨੂੰ ਪਹਿਲੀ ਤੱਕਣੀ ਦੇ ਵਿੱਚ ਵੇਂਦਿਆਂ ਮਾਰੇ ਕਹਿੰਦੇ ਸਾਰੀ ਸੰਗਤ ਚਲੇਗੀ, ਜਾਣਾ ਨਹੀਂ। ਮੇਰੇ ਪਾਤਸ਼ਾਹ ਪਹਿਲੀ ਵਾਰੀ ਤੇ ਕਿਤੇ ਸਹੀ ਥਾਂ ਤੇ ਆਇਆ। ਕਿਉਂ ਘਲਾਉਂਦੇ ਜੀ ਮੈਨੂੰ ਮਹਾਰਾਜ? ਕਹਿੰਦੇ ਕੀ ਕਰਨ ਆਇਆ? ਕਹਿੰਦੇ ਮਹਾਰਾਜ ਜੀ ਚੋਰੀਆਂ ਕਰਦਾ ਹੁੰਦਾ ਤੇ ਇੱਥੇ ਆ ਗਿਆ ਮਹਾਰਾਜ। ਕਹਿੰਦੇ ਇੱਥੇ ਕੀ ਚੁੱਕਣਾ ਹੈ? ਕਹਿੰਦੇ ਪਾਤਸ਼ਾਹ ਜਿਹੜਾ ਲੋਕਾਂ ਦੀਆਂ ਚੋਰੀਆਂ ਕਰਦਾ ਸੀ, ਆਪ ਵੀ ਚੋਰੀ ਹੋ ਗਈ। ਮੇਰਾ ਦਿਲ ਤੇਰੇ ਘਰ ਨਾਲ ਜੁੜ ਗਿਆ, ਮੈਨੂੰ ਸਾਧ ਬਣਾ ਦੇ। ਮਹਾਰਾਜ ਕਹਿੰਦੇ ਸਾਧ ਬਣਨਾ ਹੈ ਤੇ ਜਾ ਸੰਗਤ ਦੇ ਭਾਂਡੇ ਮਾਂਜਿਆ ਜਾ ਕੇ ਲੰਗਰ ਵਰਤਾਇਆ ਕਰ। ਇੰਨੀ ਸੇਵਾ ਕੀਤੀ। ਛੇਵੇਂ ਪਾਤਸ਼ਾਹ ਕਹਿੰਦੇ ਵਿਧੀ ਚੰਦ ਸੀਨਾ ਗੁਰੂ ਕਾ ਭਾਉ ਭਗਤ ਲੀਨਾ, ਕਮੀ ਕਦੇ ਨਾ ਆਏ। ਵਿਧੀ ਚੰਦ ਜਿਹੜੇ ਕੁੱਤਿਆਂ 'ਚ ਵੀ ਕਰਾਮਾਤਾਂ ਹੋਣ, ਇਹ ਬਚਨ ਛੱਡ ਦਿੱਤੇ। ਇਸ ਕਰਕੇ ਇਹ ਨਹੀਂ ਕਹਿਣਾ ਚਾਹੀਦਾ ਪਿਛਲੀ ਜ਼ਿੰਦਗੀ ਗਲਤ ਹੈ ਤੇ ਅੱਗੇ ਮੰਨ ਲਓ ਕਿ ਸਹੀ ਨਹੀਂ ਹੋ ਸਕਦਾ। ਬੰਦਗੀ ਕਰਿਆ ਕਰੋ, ਸਿਮਰਨ ਕਰਿਆ ਕਰੋ, ਰੱਬ ਵੱਲ ਹੈ। ਇਸ ਕਰਕੇ ਮੈਂ ਵਿੱਚੋਂ ਤਾਂ ਵਿਸ਼ੇ ਦੇ ਬਾਹਰ ਆਇਆ ਕਿ ਬਾਬੇ ਨਾਨਕ ਦੀ ਮਾਲਾ ਤੇ ਕੰਮ ਕਰਦੀ ਬਾਬਾ ਕਈਆਂ ਨੂੰ ਵੰਡ ਕੇ ਗਿਆ। ਉਹ ਮਾਲਾ ਬੜੇ ਮਹਾਂਪੁਰਖਾਂ ਕੋਲ ਵੰਡੀ ਗਈ ਤੇ ਜਿਨ੍ਹਾਂ ਨੇ ਦੁਨੀਆ ਦੇ ਕਾਰਜ ਕੀਤੇ, ਵਿਸ਼ਵਿਦ ਕੀਤੇ ਖੇਤ ਨਿਪਾਤੇ, ਪੁੰਨ ਪੇਤ ਸਰਾਹਤ ਬਿਨ ਜਾਤੇ। ਇਸ ਤਰ੍ਹਾਂ ਕਹਿੰਦੇ ਰਾਹੀ ਵੇਦੇ ਜਾਂਦੇ ਮਹਾਰਾਜ ਸਾਹਿਬ ਜੀ ਆਪ ਆਨੰਦ ਨਾਲ ਬੈਠੇ ਤੇ ਪਸ਼ੂ ਜਿੱਥੇ ਮਰਜ਼ੀ ਚੱਲਦੇ ਨੇ। ਬਹੁਤ ਰਾਜੀ ਹੋ ਗਏ ਪਸ਼ੂ ਮਹਾਰਾਜ ਜੀ ਦੇ। ਜੋ ਪਈ ਸੋਗੈ ਸਭ ਸੁਰਗ ਤਨ ਪਿੰਨਾ, ਸ਼ੀਰ ਦੇਵ ਬੜਿਆ ਪੀਨਾ। ਇਹਦੇ ਮੱਝਾਂ ਗਾਵਾਂ ਚੰਗੀਆਂ ਰਾਜੀ ਹੋ ਗਈਆਂ, ਬਾਲਟੀ ਦੁੱਧ ਦੀ ਦੇ ਰਹੀਆਂ ਨੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਮਾਂ ਕਿਸੇ ਗਰੀਬ ਨੂੰ ਮੋੜੀ ਨਾ। ਜਿਹੜਾ ਆਵੇ ਉਹਨੂੰ ਚੁੱਪ ਕਰਕੇ। ਤੇ ਪੁਰਾਣੇ ਬਜ਼ੁਰਗਾਂ ਦਾ ਦਿਲ ਪਤਾ ਕਿੱਡਾ ਸੀ। 25-30 ਮੱਝਾਂ ਹੁੰਦੀਆਂ, ਜੇ ਕਿਸੇ ਨੇ ਦੁੱਧ ਲੈਣਾ ਨਾ ਸਾਡੇ ਬਜ਼ੁਰਗ ਦੱਸਦੇ, ਕਹਿਣਾ ਮੱਝ ਦੇ ਦੇ। ਜੇ ਕਿਸੇ ਨੇ ਨਾ ਪਾਉ ਕਿਲੋ ਦੁੱਧ ਦੇ ਦੇ, ਮੇਰੇ ਘਰ ਬੱਚੇ ਨਿੱਕੀ, ਕਹਿਣਾ ਮੱਝ ਲੈ ਜਾ, ਜਿੰਨਾ ਚਿਰ ਦੁੱਧ ਦਿਓ ਠੀਕ ਹੈ, ਜਦੋਂ ਭੱਜ ਗਈ ਮੈਨੂੰ ਛੱਡ ਦੀ। ਏਦਾਂ ਦੇ ਦਿਨ ਸੀ ਸਾਡੇ ਬਜ਼ੁਰਗਾਂ ਦੇ। ਹੁਣ ਤੇ ਮਾਫ ਕਰਿਓ, ਚਾਹ ਧਰੀ ਹੋਵੇ ਪੁੱਟ ਜੇ ਦੀ ਗਲਾਸੀ ਦੁੱਧ ਨਹੀਂ ਪੂਰਾ। ਅਗਲੇ ਕਹਿੰਦੇ ਮੂੰਹ ਧੋਤਾ ਪੱਠੇ, ਮੈਂ ਕਹਾਂ ਤੈਨੂੰ ਪਿਆਉਣਾ ਦੁੱਧ ਕਰੋ ਜਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਕਹਿੰਦੇ ਮਾਂ ਮੋੜੀ ਨਾ ਕਿਸੇ ਨੂੰ। ਇਹ ਮੱਝਾਂ ਵੀ ਅਕਾਲ ਦੀਆਂ, ਅਸੀਂ ਵੀ ਅਕਾਲ ਦੇ ਤੇ ਦੁੱਧ ਵੀ। ਆ ਦੁਨੀਆ ਵਿੱਚ ਕਾਲ ਪੁਰਖ ਦੀ ਭਰ ਕੇ ਡੋਲੂ ਵਟਦੇ। ਜਿਨ ਤਤ ਮਾਕਨ ਹੋਤ ਸਵਾਇਆ, ਕਾਲੂ ਹੀਰ ਹਰ ਕਾਇਆ। ਵਾਧੂ ਮੱਖਣ ਨਿਕਲਦਾ ਤੇ ਮਾਂ ਤ੍ਰਿਪਤਾ ਸੋਹਣੇ ਹੱਥਾਂ ਨਾਲ ਬਾਪੂ ਨਾਨਕ ਨੂੰ ਛਕਾਉਂਦੀ ਤੇ ਬਾਪੂ ਨਾਨਕ ਨਾਲ ਕਈਆਂ ਨੂੰ ਲੈ ਆਉਂਦਾ। ਕਹਿੰਦੇ ਆਜੋ ਜਿਹੜੇ ਮੇਰੇ ਵਰਗੇ ਗਰੀਬ ਸੀ ਨਾ ਵਿਚਾਰੇ, ਜਿਨ੍ਹਾਂ ਦੇ ਘਰ ਚਾਹ ਨਹੀਂ ਸੀ ਮਿਲਦੀ ਸਕਦੇ, ਬੜੀ ਗਰੀਬੀ ਵੇਖੀ ਦੁਨੀਆ 'ਚ। ਉਹ ਵੀ ਸਮਾਂ ਵੇਖਿਆ ਕਿ ਜਦੋਂ ਚਾਹ ਉਬਲਦੀ ਹੋਣੀ, ਦੁੱਧ ਨਹੀਂ ਸੀ ਹੁੰਦਾ। ਜੇ ਕਿਤੇ ਲੈਣ ਜਾਣਾ ਅਗਲੇ ਜਵਾਬ ਦੇ ਦੇਣਾ ਤੇ ਚਾਹ ਤੋਂ ਬਿਨਾਂ, ਜਿਹੜੀ ਦੁੱਧ ਤੋਂ ਬਿਨਾਂ ਚਾਹ ਉਹ ਵੀ ਪੀਂਦੀ ਕਿਸੇ ਵਕਤ। ਉਹ ਪੀਣ ਦਾ ਆਨੰਦ ਹੀ ਵੱਖਰਾ ਸੀ। ਉਹ ਜਦੋਂ ਗੱਲਾਂ ਯਾਦ ਆਉਂਦੀਆਂ ਫਿਰ ਦੁੱਧ ਦੇ ਕਟੋਰੇ ਛੁੱਟ ਜਾਂਦੇ ਆ। ਤੋ ਇਸ ਕਰਕੇ ਮਾਰੇ ਸਭ ਨੂੰ ਦੇਣ ਮੇਰੇ ਪਾਤਸ਼ਾਹ ਨਾਲ ਕਈਆਂ ਨੂੰ ਭਲਾ ਕਰ ਰਹੇ ਹਨ। ਆਸਨ ਵੱਡੀ ਮਾਹੀ ਦਤ ਪਾਈ, ਦਾਸੀ ਮਤ ਜੋਰ ਕਰ ਲਾਈ। ਇਹਦੇ ਪਰ ਬੀਬੀਆਂ 2-3 ਲਾਈਆਂ ਮਾਤਾ ਤ੍ਰਿਪਤਾ ਨੇ, ਤੁਲਸਾਂ ਦਾਸੀ ਵਰਗੀਆਂ। ਦੋਧੀ ਇਹਨਾਂ ਮਾਂ ਕਹਿੰਦੀ ਰੜਕੋ ਤੇ ਵੰਡੋ, ਪਿਆਰ ਬਹੁਤ ਹੈ ਗੁੜ ਸ਼ੱਕਰ ਪਾ ਕੇ। ਬਾਬੇ ਨਾਨਕ ਨੇ ਕਹਿੰਦੇ ਛਕੀ ਚਲੋ ਤੇ ਨਾਮ ਜਪੀ ਚਲੋ। ਰੱਖੇ ਮਕਨ ਮਾਤ ਸਵਾਰੀ, ਸਤੈ ਕਮਾਵਤ ਰੁਚ ਅਨਸਾਰੀ। ਇਹਦੇ ਮਾਂ ਕਦੇ ਮਿਲੀ ਨਾ, ਪਹਿਲੇ ਮਿਲਦੇ ਨਹੀਂ ਸੀ ਹੁੰਦੇ ਚੀਜ਼। ਅੱਜ ਦੇ ਪਿਆਰੇ ਪੂਰਾ ਹੈ। ਮਾਰੇ ਸੱਚੇ ਪਾਤਸ਼ਾਹ ਦਾ ਵਕਤ ਮੰਗਦੇ ਮਾਂ ਮਿਲ ਕੇ ਨਹੀਂ ਦੇਣਾ। ਅੱਜ ਵੀ ਕਈ ਜਿਹੜੇ ਭਾਵਨਾ ਵਾਲੇ ਨਾ ਦੁੱਧ ਤੇ ਪੁੱਤ ਮਿਲਿਆ ਨਹੀਂ ਦੇਣਾ। ਅੱਜ ਵੀ ਕਈ ਜਿਹੜੇ ਬੰਦਗੀ ਵਾਲੇ ਨਾ ਕਿਸੇ ਨੂੰ ਦੁੱਧ ਦੇਣ ਜਾਂ ਕੋਈ ਛਕਾਉਣ, ਉਹ ਕਦੇ ਵੀ ਨਹੀਂ ਉਹਨਾਂ ਉੱਤੇ ਪਾਉਣਾ। ਤਾਂ ਕਈ ਤੇ ਪੂਰਾ ਕਹਿਣਗੇ ਇੱਥੇ ਕਿ ਰੱਖਣਾ, ਇੰਨਾ ਲਿਖਦਾ ਇੱਥੇ ਇਹਦਾ ਬਣ ਗਿਆ। ਕਿਉਂਕਿ ਇਹ ਮਾਂ ਕਦੇ ਮਿਲ ਕੇ ਨਹੀਂ ਦੇਣਾ। ਇਹ ਚੀਜ਼ਾਂ ਪਿਆਰ ਦੀਆਂ ਭੁੱਖੀਆਂ ਮਿੰਤੀ ਦੀਆਂ ਨਹੀਂ। ਬਤਸ ਬਿੰਦ ਬਪ ਪੁਸ਼ਟ ਸੁਹਾਏ, ਪੈਰ ਪੀਵੇਂ ਬੋ ਰਹੇ ਅਕਾਏ। ਔਰ ਇਸ ਤਰ੍ਹਾਂ ਕਰਕੇ ਕਹਿੰਦੇ
कहते महाराज साहब जी के बछड़े बछियां बहुत दुध पी के सुंदर हो गए। मां कहते इन्हां दा अपना खा जी, किते इन्हां नूं भी दुध पिया, इन्हां दी मां है गज। इन्हां दा दिल ना थोड़ी कई वारी आपां दा निक्का जिहा बच्चा हुंदा ते ओनूं थोड़ा जिहा दुध पी लईदा ते बाकी खिच गल नूं पा के फा ते आप चोड़ दिंदा। कई वार घरे होना कहना एक थाने नूं पी लैंदे दी मां है, कहते नहीं नहीं किलो निकलना ते दोधी नूं पावांगे सत्थां दा ਹੁਣ ਤਾਂ ਘਰ ਮਹਿੰਗਾ ਹੋ ਗਿਆ ਤਾਂ ਲਾਲਚੀ ਉਹ ਮਰ ਜਾਂਦਾ ਵਿਚਾਰਾ ਤੇ ਫਿਰ ਟੀਕੇ ਦੀ ਕਰ ਲਈਆਂ। ਮਹਾਰਾਜ ਕਹਿੰਦੇ ਮਾਂ ਵੇਖੀ ਕਿਤੇ ਬਦਦੁਆ ਨਾ ਲੈਣੀ, ਇਹਨਾਂ ਨੂੰ ਵੀ ਖੁੱਲਾ ਗੱਫਾ ਦਿਆ ਕਰਦੇ, ਸੰਗਤ ਨੂੰ ਵੀ ਗੁਰੂ ਨਾਨਕ ਦਾ ਘਰ ਹੀ ਵੱਡਾ ਜੇ, ਉਹਦੀਆਂ ਰੀਸਾਂ ਕੌਣ ਕਰੇਗਾ। ਅਸਮਿਤ ਕਿੰਚਿਤ ਕਾਲ ਬਿਤਾਇਓ, ਜੰਤੁ ਨ ਜੋਨਿ ਉਦਾਰ ਨਾਇਓ। ਇਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਿਹਨੇ ਵੀ ਵੇਖਿਆ ਸੁਣਿਆ ਤੇ ਉਹਦੀ ਕਥਾ ਕੀਤੀ ਤੇ ਸੁਣੀ, ਮਹਾਰਾਜ ਕਹਿੰਦੇ ਉਹ ਮੁੜ ਕੇ ਜੁਨਾ ਚ ਨਹੀਂ ਆਏਗਾ। ਇਹ ਅਧਿਆਇ ਸੰਪੂਰਨ ਹੋ ਗਿਆ। ਅਗਲਾ ਪ੍ਰਸੰਗ ਸਾਹਮਣੇ ਸ਼ਾਮ ਕਰਨ ਵਾਲਾ ਉਹ ਆਪਾਂ ਕੱਲ ਨੂੰ ਆਰੰਭ ਕਰਾਂਗੇ। ਐਸੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਵੇਖੀ ਸੀ ਭਾਈ ਪਾਰੋ ਜੀ ਪਰਮਹੰਸ ਨੇ, ਤੇ ਭਾਈ ਪਾਰੋ ਜੀ ਪਰਮਹੰਸ ਜੀ ਨੂੰ ਵੇਖਿਆ ਸੀ ਸ਼ਾਹ ਲਾਜਾਰ ਨੇ, ਤੇ ਜਿਨੇ ਕਰੋੜਾਂ ਦੀ ਜਾਇਦਾਦ ਇੱਕ ਮਿੰਟ ਵਿੱਚ ਛੱਡਤੀ। ਕਹਿੰਦੇ ਸਿੱਖਾਂ ਨੂੰ ਇੱਕ ਵਾਰੀ ਆਪਣੇ ਗੁਰੂ ਕੋਲ ਲੈ ਜਾ। ਕਿਹਦਾ ਤੂੰ ਚੇਲਾ ਹੈ, ਕੌਣ ਤੇਰਾ ਗੁਰੂ ਹੈ? ਕਹਿੰਦੇ ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਪੜਾਇਓ। ਓ ਬੈਠਾ ਦਰਿਆ ਬਿਆਸ ਦੇ ਕੰਢੇ ਤੇ ਮੇਰਾ ਬਾਪੂ ਅਮਰਦਾਸ, ਕਹਿੰਦਾ ਇੱਕ ਵਾਰੀ ਲੈ ਜਾ। ਜਦੋਂ ਲੈ ਕੇ ਗਏ ਪਹਿਲੀ ਮੁਲਾਕਾਤ ਵਿੱਚ ਤੇ ਭਾਈ ਪਾਰੋ ਜੀ ਕਹਿੰਦੇ ਬੈਠ ਜਾ ਇੱਥੇ, ਮੈਂ ਗੁਰੂ ਸਾਹਿਬ ਨੂੰ ਪੁੱਛ ਕੇ ਆਉਣਾ। ਅਜੇ ਮੱਥਾ ਹੀ ਟੇਕਿਆ ਸੀ ਤੇ ਮੇਰੇ ਗੁਰੂ ਅਮਰਦਾਸ ਜੀ ਕਹਿੰਦੇ ਪਾਰੋ ਜਾਂ ਕਿਸੇ ਦੀ ਬਾਂਹ ਫੜੀ ਦੀ ਨਹੀਂ ਹੁੰਦੀ ਤੇ ਜਾਂ ਬੋਲਦੇ ਛੱਡੀ ਜਾਂਦੀ, ਉੱਚੀ ਬੋਲੋ, ਜਾਂ ਕਿਸੇ ਦੀ ਬਾਂਹ ਜਾਂ ਕਿਸੇ ਨਾਲ ਲਾਈ ਦੀ ਨਹੀਂ ਹੁੰਦੀ, ਜੇ ਲਾਈ ਤੇ ਫਿਰ ਇਹ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਭਾਈ ਪਾਰੋ ਜਾਂ ਕਿਸੇ ਨੂੰ ਲਿਆਈ ਦਾ ਨਹੀਂ ਹੁੰਦਾ, ਜੇ ਲਿਆਈਏ ਤੇ ਫਿਰ ਬਾਹਰ ਛੱਡ ਕੇ ਨਹੀਂ ਹੈ। ਇਹ ਗੁਰੂ ਨਾਨਕ ਦਾ ਬਚਨ ਹੈ। ਹਮਾਰੇ ਸੱਚੇ ਪਾਤਸ਼ਾਹ ਕਹਿੰਦੇ ਬਚਨ ਕਰੇ ਖਿਸਕ ਜਾਏ। ਕਿਸੇ ਨੂੰ ਇੱਕ ਵਾਰੀ ਜ਼ੁਬਾਨ ਚੋਂ ਕਹਿ ਦੋ ਆਪਣਾ ਤੇ ਫਿਰ ਨਿਭਾ ਦਿਓ ਨਾ। ਇਹ ਥੋੜਾ ਵੀ ਕਿਸੇ ਨੇ ਇਦਾਂ ਦਾ ਕਹਿਤਾ ਤੇ ਆਪਾਂ ਉਹਦੇ ਕੋਲ ਤੇ ਬੋਲ ਨਹੀਂ ਹਟ ਜਾਣਾ, ਨਹੀਂ, ਇੱਥੇ ਲਾਈ ਫਿਰ ਨਿਭਾਓ। ਮੇਰੇ ਬਾਦਸ਼ਾਹ ਮੈਂ ਤੁਹਾਡੀ ਆਗਿਆ। ਮਹਾਰਾਜ ਕਹਿੰਦੇ ਜਿਹੜਾ ਕਰੋੜਾਂ ਛੱਡ ਕੇ ਆ ਗਿਆ ਤੇ ਤੂੰ ਬਾਹਰ ਛੱਡ ਆਇਆ, ਜਾ ਲੈ ਕੇ ਆ। ਜਦੋਂ ਅੰਦਰ ਆਏ ਪਹਿਲੀ ਮੁਲਾਕਾਤ ਵਿੱਚ ਤੇ ਵੇਖਿਆ ਸੰਗਤਾਂ ਬੈਠੀਆਂ, ਅੰਦਰ ਜੇਬ ਦੇ ਹੱਥ ਪਾਇਆ, ਬੁੱਕ ਭਰ ਕੇ ਮੋਤੀਆਂ ਦਾ ਤੇ ਹੀਰੇ ਜਵਾਹਰਾਤ, ਕਿਉਂਕਿ ਸਦਾਗਰ ਸੀ। ਮਹਾਰਾਜ ਦੇ ਅੱਗੇ ਢੇਰੀ ਕਰਦਾ। ਮੇਰੇ ਬਾਦਸ਼ਾਹ ਕਹਿੰਦੇ ਕੀ ਨਾਂ ਤੇਰਾ? ਲਿਬਾਸ ਮੁਸਲਮਾਨਾਂ ਵਾਲਾ ਸੀ, ਕੁੱਲੇ ਵਾਲੀ ਪੱਗ ਬੱਧੀ, ਗਲ ਚ ਮੋਤੀਆਂ ਦੀ ਮਾਲਾ, ਵੱਡਾ ਸ਼ਾਹੂਕਾਰ। ਤੁਮਾਰੇ ਕਹਿੰਦੇ ਕੀ ਨਾਂ ਤੇਰਾ? ਕਹਿੰਦੇ ਜੀ ਸ਼ਾਹ ਅੱਲਾ ਯਾਰ। ਕਹਿੰਦੇ ਸ਼ਾਹ ਤੇ ਅੱਲਾ ਦਾ ਯਾਰ ਦੋਵੇਂ ਕੰਮ ਰਲ ਨਹੀਂ ਸਕਦੇ, ਕਿਉਂਕਿ ਅੱਲਾ ਦਾ ਯਾਰ ਜਿਹੜਾ ਹੈ ਨਾ ਉਹ ਸ਼ਾਹ ਨਹੀਂ ਅੱਗੇ ਲਵਾ ਸਕਦਾ ਆਪਣੇ ਆਪ ਨੂੰ ਸਤਿਨਾਮ। ਕਿਹਦੇ ਬਾਰੇ ਤੁਸੀਂ ਕਹਿਣਾ ਕਿ ਕਿਉਂ ਮਾਰੇ? ਕਹਿੰਦੇ ਅੱਲਾ ਯਾਰ ਨਾ ਰੱਖਿਆ ਕਿ ਕਦੇ ਯਾਰੀ ਲਾਈ ਅੱਲਾ ਨਾਲ। ਕਹਿੰਦੇ ਬਾਬਾ ਤੇਰੇ ਭਾਈ ਪਾਰੋ ਨੂੰ ਵੇਖ ਕੇ ਦਿਲ ਕੀਤਾ ਮੈਂ ਕਰੋੜਾਂ ਦਾ ਮਾਲਕ ਹੋ ਕੇ ਵੀ ਤੜਫਦਾ ਪਿਆ, ਮੇਰਾ ਅੰਦਰ ਰੁੱਸਿਆ ਪਿਆ ਦਿਨੇ ਰਾਤ ਹਿਸਾਬ ਕਿਤਾਬ ਵਿੱਚ। ਆ ਤੇਰਾ ਸਿੱਖ ਪਰਨਾ ਵੀ ਪਾਟਾ ਜਿਹਾ, ਚੋਲਾ ਵੀ ਲਿਬੜਿਆ ਤੇ ਪੈਰਾਂ ਤੋਂ ਲੰਗਾ ਤੇ ਦਰਿਆ ਦੇ ਉੱਤੇ ਘੋੜੀ ਲੈ ਕੇ ਤੁਰਿਆ ਫਿਰਦਾ। ਇਹ ਕਿੱਥੋਂ ਆਈਆਂ ਰਹਿਮਤਾਂ? ਅੱਜ ਵੀ ਯਾਦ ਆਉਂਦੀ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ਨੂੰ ਜਿੱਤ ਲਿਆ ਨਾ। ਅੱਜ ਹਰੀ ਸਿੰਘ ਨਲੂਏ ਦੇ ਕਸ਼ਹਿਰੇ ਯਾਦ ਆ ਗਏ। ਸਾਡਾ ਜਰਨੈਲ ਸੀ ਜਿਹਦੇ ਬਸਤਰਾਂ ਤੋਂ ਅਫਗਾਨਿਸਤਾਨ ਤੇ ਇਹ ਜਿਹੜੇ ਤਾਲਿਬਾਨ ਸੀ ਕੰਬਦੇ ਸੀ, ਉਹਨਾਂ ਦੀਆਂ ਕੁਰਬਾਨੀਆਂ ਕੀਤੀਆਂ ਸੀ। ਬੱਚਿਓ ਸੌਂਜੋ ਨਲੂਆ ਆ ਜੂਗਾ। ਅੱਜ ਉਸ ਕੌਮ ਦੇ ਸਰਦਾਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਅੱਜ ਨਲੂਆ ਕਥਾ 'ਚ ਹੀ ਰਹਿ ਗਿਆ ਕਿ ਕੋਈ ਹੈਗਾ ਵੀ ਹੈ। ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਕਿਰਪਾ ਕੀਤੀ। ਕਹਿੰਦੇ ਇਹ ਕੀ ਹੈ? ਇਹਨਾਂ ਬਾਦਸ਼ਾਹ ਭੇਟਾ ਦਿੱਤੀ ਹੈ, ਮੈਨੂੰ ਅੱਲਾ ਦਾ ਯਾਰ ਬਣਾ ਦਿਓ, ਗੋਰੀ ਭਰ ਕੇ ਦਿਓ। ਮੇਰੇ ਬਾਦਸ਼ਾਹ ਕਹਿੰਦੇ ਫਿਰ ਇਹੋ ਤੇ ਪੰਗਾ ਏ, ਜੇ ਇਹ ਵਿੱਚ ਆ ਗਈ ਤੇ ਤੂੰ ਅੱਲਾ ਦਾ ਯਾਰ ਕਦੇ ਨਹੀਂ ਬਣ ਸਕਦਾ। ਜਿੰਨੇ ਅੱਲਾ ਦਾ ਯਾਰ ਬਣਨਾ ਹੈ ਉਹਨੂੰ ਮਾਇਆ ਪਛਾਣ ਕਰਨੀ ਪੈਣੀ ਹੈ। ਇਹ ਬੰਦੇ ਡਲਾ ਦਿੰਦੀ ਹੈ, ਈਮਾਨ ਡਲਾ ਦਿੰਦੀ ਹੈ, ਭੈਣ ਭਰਾ ਦੂਰ ਕਰ ਦਿੰਦੀ ਹੈ। ਜਿੱਦਾਂ ਉਹ ਕਹਿੰਦਾ ਸੀ ਨਾ ਮੁਸਲਮਾਨ ਵੀ ਕਿਸੇ ਚੂਹੇ ਨੇ ਹੀਰਾ ਖਾ ਲਿਆ ਤੇ ਉਹ ਵੱਖਰਾ ਬੈਠਾ, ਤੇ ਉਹ ਕਹਿੰਦਾ ਵੀ ਲੱਭਾਂਗੇ ਕਿੱਦਾਂ, ਉਹਨੇ ਡੰਡਾ ਮਾਰਿਆ ਚੂਹਾ ਮਰ ਗਿਆ, ਹੀਰਾ ਨਿਕਲਿਆ। ਕਹਿੰਦਾ ਤੈਨੂੰ ਪਤਾ ਕਿੱਦਾਂ ਲੱਗਾ? ਇੰਨਿਆਂ ਦੇ ਵਿੱਚੋਂ ਇਹਨੇ ਖਾਧਾ। ਕਹਿੰਦੇ ਦਰਅਸਲ ਜਦੋਂ ਬੇਪੰਥ ਕਮੀਨੇ ਤੇ ਜਿਹੜੇ ਖੁਦ ਗਰਜ ਬੰਦੇ ਨੇ ਨਾ, ਜਦੋਂ ਉਹਨਾਂ ਕੋਲ ਮਾਇਆ ਆ ਜਾਂਦੀ ਹੈ ਨਾ ਤੇ ਉਹ ਫਿਰ ਆਪਣੇ ਤੋਂ ਦੂਰ ਹੋ ਕੇ ਵੇਖਦੇ ਆ। ਇਹ ਨਿਸ਼ਾਨੀ ਹੁੰਦੀ ਹੈ ਜਦੋਂ ਕਿਸੇ ਨੂੰ
ਕੁਰਸੀ ਮਿਲ ਜੇ ਉਹਦਾ, ਉਹ ਫਿਰ ਆਪਣੇ ਨੂੰ ਬੁਲਾਉਣੋਂ ਹਟ ਜਾਂਦਾ। ਕਹਿੰਦੇ ਬਾਕੀ ਕੋਈ ਇਕੱਠੇ ਵੱਖਰਾ ਸੀ, ਮੈਂ ਉਦੋਂ ਹਿਸਾਬ ਲਾ ਲਿਆ ਵੀ ਹੀਰਾ ਇਹਨੇ ਕਰਦਾ ਕਿ ਜਦੋਂ ਮਾੜੇ ਜਿਹੇ ਰੱਬ ਦਿਨ ਬਦਲਦੇ ਤੇ ਮੁੜ ਕੇ ਬੁਲਾਉਣੋਂ ਹੀ ਹਟ ਜਾਂਦੇ ਆ। ਉਹ ਕਈ ਏਦਾਂ ਹੀ ਕਰਦੇ, ਜਦੋਂ ਬਾਹਰ ਜਾਣਾ ਬਾਬਾ ਜੀ ਤੁਸੀਂ ਤਾਂ ਜਾਣ, ਤੁਸੀਂ ਸਭ ਕੁਝ ਹੈ, ਤੇ ਮੁੜ ਕੇ ਕਿਤੇ ਫੋਨ ਵੀ ਆਵੇ ਤਾਂ ਅੱਗੋਂ ਕੱਟ ਲੈਣਗੇ। ਨਹੀਂ ਜੀ ਟਾਈਮ ਨਹੀਂ ਲੱਗਾ, ਕਿਤੇ ਗਲੀ 'ਚ ਲੋਹੀਆਂ ਮਿਲਣ, ਵਾਹਿਗੁਰੂ ਜੀ ਵਾਲੀ ਸਾਹਿਬ ਪਹਿਲੋਂ ਤੇ ਆਵਾਜ਼ ਆਪ ਮਾਰੀ, ਪਰੇ ਨੂੰ ਮੂੰਹ ਕਰਕੇ ਲੰਘਣ ਲੱਗੇ। ਮੈਂ ਕਿਹਾ ਵਾਹਿਗੁਰੂ ਵਾਹਿਗੁਰੂ, ਜਦੋਂ ਵੇਖਿਆ ਬਾਬਾ ਜੀ ਕੱਚੇ ਜਿਹੇ ਹੋ ਗਏ। ਮੈਂ ਕਿਹਾ ਜਾ ਮੈਂ ਨਹੀਂ ਕੁਝ ਦੇਤਾ। ਐਸੀ ਗੱਲ ਸੱਚੀ ਹੈ, ਜਦੋਂ ਹੁੰਦੀਆਂ ਗਰੀਬੀਆਂ ਉਦੋਂ ਆਪਾਂ ਇੱਦਾਂ ਕਰਦੇ, ਜਦੋਂ ਮਿਲ ਜਾਂਦਾ ਮੁੜ ਕੇ ਇਹਦਾ ਕਿਹੜਾ ਗਿਆ। ਤੋ ਇਸ ਕਰਕੇ ਸ਼ਾਹ ਅੱਲਾ ਯਾਰ ਕਹਿੰਦੇ ਬਾਬਾ ਇੱਕ ਵਾਰੀ ਯਾਰ ਬਣਾ ਦੇ, ਮਹਾਰਾਜ ਕਹਿੰਦੇ ਬਣਨਾ ਹੈ ਤੇ ਫਿਰ ਆ ਜਿਹੜੀਆਂ ਮੋਹਰਾਂ ਚੁੱਕ, ਇਹ ਤੇਰੇ ਮੇਰੇ ਵਿੱਚ ਕੰਧ ਹੈ। ਨਹੀਂ ਸੰਤਨ ਕੋ ਇਨਸੇ ਵਿਵਹਾਰ, ਇनको ਦਿਓ ਨਦੀ में डार, जा चुक ब्यासा दरिया ਚ ਪਾ ਦੇ। ਉਸੇ ਵੇਲੇ ਚੁੱਕ ਕੇ ਪਾਇਆ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦਾ ਪਾਤਸ਼ਾਹ ਮੈਨੂੰ ਬੈਣ ਜੋਗੀ ਥਾਂ ਦੇ ਦਿਓ, मैं ਤੁਹਾਡੇ बिना नहीं रह सकता। ਹੁਣ मैं दुनिया से क्या मांगू तुम ही से मांगता हूँ, मैं तुमसे भी क्या मांगू तुम ही को मांगता हूँ। मायूस हूँ इस जहां में, तेरे पास आने को जी चाहता है। दिल नहीं लगा तेरे दिए खिलौने से, तेरी गोद पाने को जी चाहता है। महाराज जी ने गोदी थोड़ी जी, महाराज जी कहते थोड़ी क्यों, या अल्लाह यार तेनों मंजी बख्श दे। बोले बोले सोनिया, बोले सोनिया, बोले सोनिया, बोले सोनिया। वाहिगुरू जी का खालसा, सारी संगत को बेनती है, क्योंकि महापुरख ब्रह्म ज्ञानी बाबा शाह अल्ला यार जिन्हां दी अज याद मनाई, जोड़ मेला बनाया, रात का समागम है। भाई लालू जी 8 बजे तो लैके 9 बजे तक कौम के महान कथावाच गुरु घर के बुलारे पहुंचने हैं। ये साध संगत जी आपां भी पहुंचना जरूर आयो, बेनती है, क्योंकि मतबल नहीं कोई। मैं तां बेनती तरला कीता है कि वह मंजीदार जिहड़ा महापुरख है ना, ठीक है उन्होंने पिंड तो बार-बार आपां जगह दी, उन्होंने बनदा सत्कार नहीं दे सके, पर उसका जो इतिहास पढ़ते हैं इत्थे ते मत्था भी टेकना होए ते दुकान वाले नूं कहीदा भी 10 रुपया दे, मैं गुरुद्वारे जाना, किते 50 रुपये डिग पए, इत्थे बटुआ डिग पे ते सारे कैमरे खोली दे मेरा बटुआ। पर जिस महापुरख का देना है, करोड़ां दा मालक सी, 700 अरबी घोड़ा ਉਹਦੇ ਕੋਲ ਸੀ, ਊਠ ਲੱਦੇ ਸੀ। ਇੱਕੇ ਵਾਰੀ ਗੁਰੂ ਅਮਰਦਾਸ ਨਾਲ ਪਿਆਰ ਕੀਤਾ, ਸਾਰਾ ਕੁਝ ਛੱਡ ਗਿਆ। ਤੇ ਜਿਹੜਾ ਕਰੋੜਾ ਛੱਡ ਕੇ ਇੱਕ ਮੁਸਲਮਾਨ ਸਿੱਖ ਬਣ ਕੇ ਮੰਜੀ ਲੈ ਗਿਆ, ਤੇ ਆਪਾਂ ਪਿਆਰਿਓ ਉਹਦੀ ਯਾਦ ਪਹਿਲੀ ਵਾਰੀ ਕੀਤਾ। ਉਦੋਂ ਦਿਨੇ ਉੱਥੇ ਸੰਗਤ ਬਣਾ ਲੈਂਦੀ, ਜਿੱਦਾਂ ਵੀ ਉਹਨਾਂ ਵਿਚਾਰਿਆਂ ਦਾ ਪ੍ਰਬੰਧ ਹੈ, ਪਰ ਪਹਿਲੀ ਵਾਰੀ ਆਪਾਂ ਬਣਾਉਣ ਲੱਗੇ। ਤੇ ਸਿਰਫ 1 ਘੰਟਾ ਹੈ, ਮਾਰੇ ਤੰਦਰੁਸਤੀ ਦੇਵੇ ਉਸ ਮਹਾਂਪੁਰਖ ਦੀ ਦਰਗਾਹ ਦੇ ਵਿੱਚ ਚੌਂਕਦੀ ਹੈ। ਅੱਜ ਉਹਨਾਂ ਦਾ ਜ਼ਿਕਰ ਹੋ ਰਿਹਾ, ਦਰਗਾਹੀ ਨੇ ਜਿਨ੍ਹਾਂ ਨੇ ਪਿਆਰ ਕੀਤਾ, ਜ਼ਰੂਰ ਸਮਾਂ ਕੱਢਿਓ, ਕਿਉਂਕਿ ਬੰਦਾ ਬਿਮਾਰ ਹੋਵੇ ਡਾਕਟਰ ਕੋਲ ਵੀ ਜਾਂਦਾ ਹੀ ਹੈ, ਉਹਦਾ ਲੋਹੀਆਂ ਵੀ ਚੱਲ ਜਾਂਦੇ। ਕਪੂਰਥਲੇ ਜਲੰਧਰ ਵੀ ਸਿਰਫ 8 ਤੋਂ बोलो जी 8 ਤੋਂ 9 सिर्फ 7 मिनट आप संगतां ने पहुंचना है। भावना के नाल जरूरी समझ के काम धंधे में जाना तो जाना ही है, कि जिथे कोई अपना हो उत्थे जाइए ना, केक कूक कटना हो जाइए। जब महापुरख का दिन है, बेनती है पहली बारी ये ना हो भी बुलारे आउण ते आपां आइए, कोई ना ये दाना करे। गुरु महाराज कृपा करे, उस महापुरख के वास्ते गरीब तरला लैंदा तुहाडे कोलों नानक नाम वाहिगुरू जी का खालसा